तो आपको कभी डर नहीं लगा कि आज मैं वापस घर नहीं आ पाऊंगा? आज एक गोली मेरे नाम की बनी है। ये डर तो उसी दिन ही निकल गया था पुलिस की, जब हमें ट्रेनिंग दी जाती है। इतनी इन्फॉर्मेशन आपके पास है तो इस ड्रग्स को पंजाब में आने से रोका जाए, कर क्या रही है पंजाब पुलिस? हाथ पे हाथ डाल के बैठी है। ਮੈਨੂੰ ਤਾਂ ਇਦਾਂ ਹੀ ਲੱਗ ਰਿਹਾ ਜਿੱਦਾਂ ਤੁਸੀਂ ਸਾਡੇ ਡਿਪਾਰਟਮੈਂਟ ਦੇ ਉੱਤੇ ਹੀ ਉਂਗਲੀ ਚੱਕਦੀ ਹੈ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੇਰੇ ਨਾਲ ਬਹੁਤ ਦੁਨੀਆ ਕਹਿ ਰਹੀ है। ਦੇਖ ਵਿਕਰਾਂਤ, ਪੰਜਾਬ ਗਵਰਨਮੈਂਟ ਫਸਟ ਗਵਰਨਮੈਂਟ ਹੈ ਜਿਹਨੇ ਐਂਟੀ ਡਰੋਨ ਸਿਸਟਮ ਸ਼ੁਰੂ ਕੀਤਾ। तो कभी कुछ ऐसा हुआ कि आपका अपना साथी घर से निकला हो और फिर वो वापस ना आया हो? ਅੰਮ੍ਰਿਤਪਾਲ ਨੇ ਜਾ ਕੇ ਪੁੱਛਿਆ ਕਿ ਤੇਰਾ ਨਾਂ ਫਲਾਣਾ ਹੈ, ਤੂੰ ਵਹੀਂ ਹੈ? ਉਹਨੇ ਨਾ ਲਾ दी गोली। ये ड्रग्स आती कहाँ से है? ड्रोन दे रास्ते। एक 4-5 साल के यंग बच्चे के साथ कुकर्म करके उसकी हत्या की है, वो वाला केस प्लीज बताओ जरा। मैं तो बयान नहीं होना, मैं नहीं दस सकता। नमस्कार दोस्तों, कैसे हैं आप? तो आज का पॉडकास्ट आज हम एक ऐसे जांबाज एजेंट के साथ करने जा रहे हैं जो कि पंजाब पुलिस की आन बान और शान है। सीआई डिपार्टमेंट के एक एजेंट हैं जिनकी बहादुरी के किस्से पंजाब पुलिस के एक एक सिपाही के मुंह पे है। जब भी कोई भर्ती होती है पंजाब पुलिस में, स्पेशली सीआईए डिपार्टमेंट के अंदर, तो उस व्यक्ति को सबसे पहले हमारे गेस्ट के किस्से सुनाए जाते हैं। मेरे गेस्ट ने बहुत ही छोटी उम्र में ये डिसाइड कर लिया था कि वो पंजाब से क्राइम हटाएंगे, पंजाब से ड्रग्स के व्यापार को नेस्तनाबूद कर देंगे। उन्होंने कसम खाई थी कि यूथ को इंस्पायर करेंगे और गलत रास्ते से उनको ठीक रास्तों में डालेंगे। तो जिनकी मैं बात कर रहा हूँ उनका नाम है मिस्टर रजत शर्मा, जो कि सीआई डिपार्टमेंट के एक एजेंट है। तो सबसे पहले रजत सर, क्या हाल चाल आपका? वेरी वेरी वार्म वेलकम टू माय पॉडकास्ट। बहुत अच्छा लगा हमारे पॉडकास्ट में। थैंक यू वेरी मच। तो फर्स्ट ऑफ ऑल ਥੈਂਕਸ ਫॉर ਯੂ, ਤੁਸੀਂ ਮੈਨੂੰ ਸੱਦਿਆ, ਜੋ ਕਿ ਮੈਨੂੰ ਮੌਕਾ ਪ੍ਰਦਾਨ ਕੀਤਾ ਤੁਸੀਂ ਇੱਥੇ ਬੁਲਾ ਕੇ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ, ਥੈਂਕਸ ਕਰਦਾ। ਨਹੀਂ ਧੰਨਵਾਦ ਮੈਂ ਤੁਹਾਡਾ ਕਰਾਂਗਾ ਸਰ। ਤੁਸੀਂ ਆਪਣੇ ਬਿਜ਼ੀ ਸ਼ਡਿਊਲ ਤੋਂ ਅੱਜ ਛੁੱਟੀ ਲੈ ਕੇ ਸਪੈਸ਼ਲ ਮੇਰੇ ਇੱਕ ਵਾਰ ਕਹਿਣ 'ਤੇ ਤੁਸੀਂ ਪੋਡਕਾਸਟ 'ਚ ਆਏ ਹੋ। ਰੀਅਲੀ ਸਰ ਐਪਰੀਸ਼ੀਏਟ ਕਰਦਾ ਹੈ। ਰਜਤ ਸਰ, ਮੈਨੂੰ ਇਹ ਦੱਸੋ ਸਭ ਤੋਂ ਪਹਿਲਾਂ ਕਿ ਤੁਸੀਂ ਇਹ ਪੰਜਾਬ ਪੁਲਿਸ ਦਾ ਡਿਪਾਰਟਮੈਂਟ ਹੀ ਕਿਉਂ ਚੂਜ਼ ਕੀਤਾ? ਤੁਸੀਂ ਕੁਝ ਹੋਰ ਵੀ ਜੌਬ ਕਰ ਸਕਦੇ ਸੀ। ਵਾਈ ਯੂ ਆਰ इन सीआईए डिपार्टमेंट? सर, इसका जो बड़ा कारण वो मेरे पिताजी थे। ठीक है। तो मैं बहुत छोटा था, 1 साल का था जब मेरे पिताजी एक्सपायर हो गए। तो उसके बाद फिर मैंने अपने गांव में जो ਸਨੈਚਿੰਗ ਵਗੈਰਾ, ਲੁੱਟ ਜੇ ਆਪਾਂ ਪੰਜਾਬੀ 'ਚ ਕਹਿੰਦੇ ਲੁੱਟਾਂ ਖੋਹਾਂ, ਡਕੈਤੀ ਤੇ ਅਸਲੇ ਵਗੈਰਾ, ਉਦੋਂ ਉਸ ਟਾਈਮ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ। ਇੱਕ ਕ੍ਰਾਈਮ ਨੇ ਇੱਕ ਮੋੜ ਲੈ ਲਿਆ ਸੀ ਨਵਾਂ, ਤੇ ਅਸੀਂ ਖਬਰਾਂ ਪੜ੍ਹਦੇ ਹੁੰਦੇ, ਇੱਕ ਡਰ ਦਾ ਮਾਹੌਲ ਸੀਗਾ। ਤਾਂ ਮੈਂ ਚਾਹੁੰਦਾ ਸੀਗਾ ਇਸ ਚੀਜ਼ ਨੂੰ ਖ਼ਤਮ ਕਰਨਾ। ਠੀਕ ਹੈ। ਤਾਂ ਮੈਂ ਫਿਰ ਪੁਲਿਸ ਡਿਪਾਰਟਮੈਂਟ ਹੀ ਚੂਜ਼ ਕੀਤਾ ਕਿ ਵੀ ਪੰਜਾਬ ਸੋਚ ਲਿਆ ਮੈਂ ਉਦੋਂ ਹੀ ਕਿ ਮੈਂ ਉਸ ਡਿਪਾਰਟਮੈਂਟ ਹੀ ਚੂਜ਼ ਕਰਨਾ। ਠੀਕ ਹੈ। ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਪੁਲਿਸ ਡਿਪਾਰਟਮੈਂਟ 'ਚ ਸੀਗੇ, ਹੈ ਨਾ? ਤੇ ਤੁਸੀਂ 2 ਬ੍ਰਦਰਸ ਹੋ ਜੀ। ਤੇ ਜਦੋਂ ਕੋਈ ਪੁਲਿਸ ਡਿਪਾਰਟਮੈਂਟ ਦੇ ਕੋਈ ਵਿਅਕਤੀ ਦੀ ਡੈਥ ਹੁੰਦੀ ਹੈ ਤੇ ਉਹਨਾਂ ਦੇ ਬੱਚੇ ਨੂੰ ਜੌਬ ਮਿਲਦੀ ਹੈ, ਬਟ ਤੁਸੀਂ ਤਾਂ ਛੋਟੇ ਹੋ, ਤੁਹਾਡਾ ਬ੍ਰਦਰ ਵੱਡਾ ਹੈ, ਜੌਬ ਤਾਂ ਉਹਨੂੰ ਮਿਲਣੀ ਚਾਹੀਦੀ ਸੀ। ਤੁਹਾਡੇ ਕੋਲ ਜੌਬ ਕਿਵੇਂ? ਮਤਲਬ ਤੁਸੀਂ ਕਿਉਂ ਜੌਬ ਕਰ ਰਹੇ ਹੋ, ਤੁਹਾਡਾ ਬ੍ਰਦਰ ਕਿਉਂ ਨਹੀਂ ਕਰ ਰਿਹਾ? ਇਹਦੇ ਪਿੱਛੇ ਕੀ ਰੀਜ਼ਨ ਹੈ? ਇਹਦੇ ਪਿੱਛੇ ਸਭ ਤੋਂ ਵੱਡਾ ਰੀਜ਼ਨ ਮੇਰਾ ਭਰਾ ਹੀ ਸੀਗਾ। ਹਾਂ, ਕਿਉਂਕਿ ਉਹ ਮੈਂ ਉਹਨਾਂ ਨਾਲ ਅਕਸਰ ਗੱਲਾਂ ਕਰਦਾ ਹੁੰਦਾ ਵੀ ਇਹ ਕ੍ਰਾਈਮ ਰੇਟ ਵੱਧ ਰਿਹਾ ਆ ਪੰਜਾਬ 'ਚ। ਇੱਕ ਦੋ ਚੀਜ਼ਾਂ, ਇੱਕ ਤਾਂ ਸਾਡੇ ਉਸ ਟਾਈਮ ਦੇ ਵਿੱਚ ਮੁਹੱਲੇ ਦੇ ਵਿੱਚ ਹੀ ਨਾ ਇੱਕ ਚੇਨ ਸਨੈਚਿੰਗ ਕਰਕੇ ਕੋਈ ਪਲਸਰ ਮੋਟਰਸਾਈਕਲ ਉਸ ਟਾਈਮ 'ਤੇ ਬਹੁਤ ਚੱਲਦੇ, ਬਿਲਕੁਲ ਫਰਾਰ ਹੋ ਗਏ। ਤਾਂ ਇੱਦਾਂ ਦੇ ਇੰਸੀਡੈਂਟ ਆਪਾਂ ਦੇਖੇ। ਅਤੇ ਉਸ ਤੋਂ ਬਾਅਦ ਮੈਂ ਆਪਣੇ ਬ੍ਰਦਰ ਨਾਲ ਅਕਸਰ ਗੱਲਾਂ ਕਰਦਾ ਹੁੰਦਾ ਵੀ ਮੈਂ ਡਿਪਾਰਟਮੈਂਟ ਇਹ ਚੂਜ਼ ਕਰਨਾ। ਅਤੇ ਮੇਰੇ ਬ੍ਰਦਰ ਨੂੰ ਮਿਲਣੀ ਸੀਗੀ ਜੋਬ, ਅਤੇ ਉਹਨੇ ਫਿਰ ਮੈਨੂੰ ਸਭ ਤੋਂ ਪਹਿਲਾਂ ਪ੍ਰੈਫਰੈਂਸ ਉਹਨੇ ਮੈਨੂੰ ਦਿੱਤੀ, ਮੇਰੇ ਭਰਾ ਨੂੰ ਦਿੱਤੀ ਜਾਵੇ। ਅੱਛਾ। ਤਾਂ ਫਿਰ ਤੁਸੀਂ ਡਿਪਾਰਟਮੈਂਟ 'ਚ ਤੁਹਾਡਾ ਬ੍ਰਦਰ ਨਹੀਂ ਹੈ, ਉਹ ਤਾਂ ਮੇਰੇ ਖਿਆਲ ਨੂੰ ਕੈਨੇਡਾ ਆਇਆ ਇੱਥੇ। ਹਾਂਜੀ, ਕੈਨੇਡਾ 'ਚ ਹੈ। ਜੀ ਜੀ, ਦੈਟਸ ਵੈਰੀ ਨਾਈਸ। ਅੱਛਾ, ਮੈਨੂੰ ਇਹ ਦੱਸੋ ਪਹਿਲਾਂ ਕਿ ਸੀਆਈਏ ਡਿਪਾਰਟਮੈਂਟ ਹੁੰਦਾ ਕਿਆ ਹੈ?
ਮਤਲਬ ਸੀਆਈਏ ਇੱਕ ਹੁੰਦੀ ਹੈ ਰੈਗੂਲਰ ਪੰਜਾਬ ਪੁਲਿਸ, ਜੀ ਰੈਗੂਲਰ ਪੁਲਿਸ ਮਤਲਬ ਇੱਕ ਹੈ ਤੁਸੀਂ ਜਿਵੇਂ ਜੀ। ਸੀਆਈਏ, ਜੀ ਤੇ ਇਹਦੇ ਬਾਰੇ ਦੱਸੋ ਵਟ ਦੀ ਸੀਆਈ ਡਿਪਾਰਟਮੈਂਟ ਡੂ, ਇਹ ਕੀ ਕਰਦੇ ਨੇ? ਸੀਆਈਏ ਸਰ ਇੱਕ ਪੰਜਾਬ ਪੁਲਿਸ ਦਾ ਹੀ ਵਿੰਗ ਆ, ਰਾਈਟ ਤੇ ਇਹ ਐਕਸ਼ਨ ਟੇਕਰ ਹੁੰਦੇ ਆ। ਠੀਕ ਹੈ ਜਿੱਥੇ ਵਾਰਦਾਤ ਹੁੰਦੀ ਆ ਉੱਥੇ ਜਾਂਦੇ ਆ, ਰਾਈਟ ਉੱਥੇ ਜਾ ਕੇ ਉੱਥੇ ਦੀ ਇਨਫੋਰਮੇਸ਼ਨ ਇਕੱਠੀ ਕਰਦੇ ਆ ਹੂੰ ਤੇ ਉਹਨਾਂ ਨੂੰ ਸੁਲਝਾਉਂਦੇ ਆ, ਜਿਹੜੇ ਕਿ ਉਹ ਚਾਹੇ ਡਰੱਗ ਡੀਲਿੰਗ ਹੋ ਗਈ, ਹੂੰ ਮਰਡਰ ਹੋ ਗਿਆ, Extortion ਹੋ ਚਾਹੇ ਗਈ। ਐਕਸਟੋਰਸ਼ਨ ਹੋ ਗਿਆ। ਰਾਈਟ ਤੇ ਮਤਲਬ ਸਭ ਤੋਂ ਪਹਿਲਾਂ ਤੁਸੀਂ ਹੀ, ਤੁਹਾਡੀ ਟੀਮ ਜਾਂਦੀ ਹੈ ਉੱਥੇ ਇਹੋ ਜਿਹੀ ਜਿੱਥੇ ਵਾਰਦਾਤ ਕੀਤੀ ਜਾਂਦੀ ਜੀ, ਹੈ, ਬਿਲਕੁਲ ਇਨਫੋਰमेशन ਜੀ। ਕਲੈक्ट करके फिर तुझे आगे देंगे। ਫਿਰ ਅਸੀਂ ਦਿੰਦੇ ਆ ਜੀ। राइट 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 जी राइट सर। ठीक है। तो रजत सर अभी आपने बोला जैसे कि आप मर्डर्स केस सॉल्व करते हैं, एक्सटॉर्शन के केस सॉल्व करते हैं, ड्रग डीलिंग के केस सॉल्व करते हो, गैंगस्टर्स के केस सॉल्व करते हो, तो मुझे ये बताओ कि जब आप घर से जाते हो तो आपको कभी डर नहीं लगा कि आज मैं वापस घर नहीं आ पाऊंगा, आज एक गोली मेरे नाम की बनी है और मैं ख़त्म, तो डर नहीं लगता आपको? कभी डर नहीं लगा, ये बताओ। अच्छा विक्रांत भाई एक बात बताऊं, हाँ जी ये डर तो उसी दिन ही निकल गया था जब हमने ये पुलिस की जब हमें ट्रेनिंग दी जाती है। ओके ठीक है जी, ਸਾਡਾ ਡਰ ਉਦੋਂ ਹੀ ਕੱਢ ਦਿੰਦੇ ਆ ਇਹ। ठीक है ਤੇ ਹਾਂ ਅਸੀਂ ਜਦੋਂ ਵੀ ਆਈਦਾ ਆਪਣੇ ਘਰੋਂ ਆਪਣੀ ਮਾਤਾ ਜੀ ਨੂੰ ਪੈਰੀ ਹੱਥ ਲਾ ਕੇ, हाँ ਫਾਦਰ ਸਾਹਿਬ ਦੀ ਫੋਟੋ ਨੂੰ ਨਮਸਕਾਰ ਕਰਕੇ ਵੀ ਸੁਖੀ ਸਾਂਦੀ ਚੱਲਾਂ, ਤੇ ਸ਼ਾਇਦ ਆਵਾਂ ਕਿ ਨਾ ਆਵਾਂ, ਇੱਕ ਦਿਲ ਦੇ ਵਿੱਚ ਜ਼ਰੂਰ ਹੁੰਦਾ ਹੈ। ਤੁਹਾਡੀ ਗੱਲ ਸਹੀ ਕਹੂੰਗਾ ਮੈਂ, ਪਰ ਹਾਂ ਭਈ ਇਦਾਂ ਦਾ ਕਦੀ ਵੀ ਪੋਜ਼ਿਟਿਵ, ਅਸੀਂ ਪੋਜ਼ਿਟਿਵ ਮਾਈਂਡ ਲੈ ਕੇ ਤੁਰਦੇ ਹਾਂ। ਜੇ ਬਣੀ ਹੈ, ਜੇ ਖਾਣੀ ਵੀ ਪਈ ਤਾਂ ਖਾ ਲਵਾਂਗੇ, कोई चक्कर नहीं, ਕੋਈ ਚੱਕਰ ਨਹੀਂ, कोई डर नहीं। ਕੋਈ ਡਰ ਨਹੀਂ ਹੈਗਾ। मैं तो बहुत डरता है। ਸਾਡੇ ਮਨੋਂ ਡਰ ਕੱਢ ਦਿੱਤਾ ਜਾਂਦਾ ਜੀ। ट्रेनिंग ਸਾਡੀ ਟ੍ਰੇਨਿੰਗ ਦੇ ਦੌਰਾਨ ਦੇ ਵਿੱਚ ਹੀ ਇਹ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ। तो कभी कुछ ऐसा हुआ कि आपका अपना साथी, आपका अपना सिपाही, आपका अपना दोस्त घर से निकला हो और फिर वो वापस ना आया हो? कभी हुआ ऐसा? ਰੀਸੈਂਟਲੀ हुआ है? क्या हुआ सर बताओ। 20 ਆਈ ਥਿੰਕ 23 ਦੀ ਗੱਲ ਆ। ਸ਼ਨੀਵਾਰ ਦਾ ਦਿਨ ਸੀਗਾ ਤੇ ਸਾਡੇ ਸਾਰੇ ਸਟਾਫ ਦੇ ਮੈਂਬਰਾਂ ਦੇ ਨਾ ਮਤਲਬ ਕਿ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਮੁਹੱਬਤ ਆ। अच्छा ਅਸੀਂ ਭਰਾਵਾਂ ਵਾਂਗੇ ਰਹਿੰਦੇ ਆ, ਸਾਰੇ ਭਰਾ ਆ पूरा डिपार्टमेंट ਪੂਰਾ ਡਿਪਾਰਟਮੈਂਟ ਦੇ ਵਿੱਚ। ठीक है ਤੇ ਲੜਦੇ ਵੀ ਆ, ਝਗੜਦੇ ਵੀ ਆ, ਫੇਰ ਇਕੱਠੇ ਹੋ ਜਾਂਦੇ ਆ इकट्ठे हो जाते हैं। ਤੇ ਚਲੋ फैमिली है, ਫੈਮਿਲੀ ਆ। फैमिली है। ਤੇ ਉਹਦਾ ਨਾਂ ਸੀਗਾ ਅੰਮ੍ਰਿਤਪਾਲ ਸਿੰਘ ਮੁੰਡੇ ਦਾ। ਤੇ ਸ਼ਨੀਵਾਰ ਵਾਲੇ ਦਿਨ ਰਾਤ ਨੂੰ ਉਹ ਮੇਰੇ ਕੋਲ ਆਇਆ ਤੇ ਮੈਨੂੰ ਕਹਿੰਦਾ ਮੈਂ ਵੀ ਆਪਣੀ ਬੋਡੀ ਤੇ ਥੋੜਾ ਵਰਕ ਕਰਨਾ ਚਾਹੁੰਦਾ, ਵੀ ਥੋੜਾ ਫਿਟਨੈਸ टिप्स दे। ਟਿਪਸ ਦੇ, ਵੀ ਮੈਂ ਚਾਹੁੰਦਾ ਵੀ ਥੋੜਾ ਫਿਟ ਹੋਵਾਂ ਜਾਂ ਕਿੱਦਾਂ। ਤੇ ਇੱਕ ਮੇਰੇ ਤੋਂ ਡਾਈਟ ਵਗੈਰਾ ਉਹਨੇ ਪੁੱਛੀ ਵੀ ਮੈਂ ਕੀ ਖਾਇਆ ਪੀਆ ਕਰਾਂ, ਜਿਹਦੇ ਕਰਕੇ ਵੀ ਮੈਨੂੰ ਐਸਿਡਿਟੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ठीक है ਤੇ ਮੈਂ ਕਿਹਾ ਬ੍ਰਦਰ ਕੋਈ ਗੱਲ ਨਹੀਂ, ਇਹ ਮੈਂ ਤੈਨੂੰ ਡਾਈਟ ਚਾਰਟ ਬਣਾ ਕੇ ਦੇ ਦੂੰਗਾ ਤੇ ਉਹ ਤੁਸੀਂ ਫੋਲੋ ਕਰ ਲਈਓ। ਤੇ ਮੈਂ ਕਿਹਾ ਤੁਸੀਂ ਜੇ ਕੱਲ ਨੂੰ ਆਉਂਗੇ ਤਾਂ ਮੈਂ ਤੁਹਾਨੂੰ ਦੱਸ ਦੂੰਗਾ, चार्ट बना के रख ਚਾਰਟ ਬਣਾ ਕੇ ਹਾਂ ਦੇ ਦੂੰਗਾ, ਮੈਂ ਤੁਹਾਨੂੰ ਪ੍ਰੋਪਰ ਸਮਝਾ ਵੀ ਦੂੰਗਾ ਵੀ ਕਿੱਦਾਂ। ठीक है ਤੇ ਉਹ ਕਹਿੰਦੇ ਠੀਕ ਆ ਬ੍ਰਦਰ, ਆਪਾਂ ਕੱਲ ਨੂੰ ਮਿਲਦੇ ਹਾਂ। ਮੈਂ ਆਉਣਾ ਕੱਲ ਨੂੰ, ਜੇ ਨਹੀਂ ਤਾਂ ਮੈਂ ਸੋਮਵਾਰ ਆਉਂਗਾ। ठीक है ਐਤਵਾਰ ਦਾ ਦਿਨ ਸਵੇਰੇ ਸਾਡੇ ਮੁੰਸ਼ੀ ਨੂੰ ਫੋਨ ਆਉਂਦਾ ਵੀ ਤੁਹਾਡੇ ਇੱਕ ਜਵਾਨ ਦੇ ਗੋਲੀ ਲੱਗ ਗਈ ਹੈ। गोली लग गई है। राइट ਟਾਈਮ ਹੋਊਗਾ 10 10:30 ਸਵੇਰ ਦਾ ਟਾਈਮ ਸੀ, ਐਤਵਾਰ ਦਾ ਦਿਨ ਸੀ। ਉਹਨਾਂ ਨੇ ਇਹ ਨਹੀਂ ਦੱਸਿਆ ਹੈਗਾ ਵੀ ਉਹਦੀ ਸਿਚੁਏਸ਼ਨ ਕੀ ਆ। ਫਟਾਫਟ ਜਿੱਦਾਂ ਹਫੜਾ ਤਬੜੀ ਦੇ ਵਿੱਚ ਉਹਨੂੰ ਲੈ ਗਏ अस्पताल ਹਸਪੀਟਲ ਲਿਜਾਂਦੇ ਤੇ रस्ते शहीद हो गए। ਰਸਤੇ ਲਿਜਾਂਦੇ ਡਾਕਟਰ ਦੇ ਕੋਲ ਗਏ, ਟ੍ਰੀਟਮੈਂਟ ਵੀ ਹੋਇਆ ਚੱਲਿਆ, ਬਟ ਉਹ ਸ਼ਹੀਦ ਹੋ ਗਏ। ਹੋਇਆ ਕੀ ਸੀ? ਇਹ ਇੱਕ ਐਕਚੁਅਲੀ ਇੱਕ ਕੋਈ ਪੀਓ ਸੀਗਾ, ਭਗੌੜਾ। ਅੱਛਾ ਭਗੌੜਾ। ਉਹਨੂੰ ਮਤਲਬ ਕਿ ਗਏ ਸੀ ਫੜਨ। ਠੀਕ ਹੈ। ਇਹਨਾਂ ਨੇ ਗੱਡੀ ਦੇ ਵਿੱਚ ਬੈਠੇ ਸੀ, ਇਹਨਾਂ ਨੇ ਦੇਖ ਲਿਆ ਉਹਨਾਂ ਨੂੰ। ਦੇਖ ਕੇ ਤਾਂ ਉਤਰੇ। ਅੰਮ੍ਰਿਤਪਾਲ ਨੇ ਜਾ ਕੇ ਪੁੱਛਿਆ ਕਿ ਤੇਰਾ ਨਾਂ ਫਲਾਨਾ ਹੈ, ਤੂੰ ਹੀ ਹੈ? ਉਹਨੇ ਨਾ ਲਾਦੀ ਗੋਲੀ। ਕੋਈ ਗੱਲਬਾਤ ਨਹੀਂ ਕੀਤੀ? ਕੋਈ ਗੱਲਬਾਤ, ਫਾਇਰ ਕਰਤੀ? ਸਿੱਧਾ ਫਾਇਰ ਕੀਤਾ ਉਹਨੇ, ਆਈ ਥਿੰਕ ਛਾਤੀ ਦੇ ਕੋਲ। ਛਾਤੀ ਤੇ? ਛਾਤੀ ਦੇ ਨਾਲ ਦੀ ਨਾਲ ਹੀ। ਅੱਛਾ। ਤੇ ਉਸ ਤੋਂ ਬਾਅਦ ਫਿਰ ਅੰਮ੍ਰਿਤਪਾਲ ਨਹੀਂ ਰਿਹਾ? ਹਾਂ, ਅੰਮ੍ਰਿਤਪਾਲ ਉਹ ਸ਼ਹੀਦ ਹੋ ਗਏ। ਨਹੀਂ, ਸ਼ਹੀਦ ਹੋ ਗਏ। ਭਾਜੀ ਮੈਨੂੰ ਇਸ ਜਿਹੜੀ ਤੁਸੀਂ ਇਹ ਇੰਸੀਡੈਂਟ ਦੱਸਿਆ ਹੈ, ਰੱਬ ਦਾ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਦੀ ਆਤਮਾ ਨੂੰ ਸ਼ਾਂਤੀ ਦੇਣ, ਉਹਨਾਂ ਦੀ ਫੈਮਿਲੀ ਨੂੰ
जी। अपना ताकत दे। तो रजत सर, मेरा अगला क्वेश्चन ये है कि मैंने ज़्यादातर देखा है कि जो ये गैंगस्टर्स हैं, जब भी इनको पुलिस पकड़ने आती है, ये 95% ये सरेंडर नहीं करते, जी। ये पुलिस के साथ लड़ाई करते हैं और उसमें मारे जाते हैं। जैसे केस हुआ था विकास दुबे का यूपी जी। के अंदर, जी। वो लड़या, वो मर गया, ਉਹਨੂੰ ਪਤਾ ਸੀਗਾ कि ਜੇ मैं पुलिस ਨੂੰ फायर करांगा मैं मर जाऊंगा। जी। तो क्वेश्चन ये है कि जो ये गैंगस्टर्स है, जी। ਇਹ ਸਰੈਂਡਰ ਕਿਉਂ ਨਹੀਂ ਕਰਦੇ, ਇਹ ਲੜਾਈ ਕਿਉਂ ਕਰਦੇ? ਜੇ ਸਰੈਂਡਰ ਕਰਦੇ ਨੇ ਤਾਂ ਬਚ ਜਾਣਗੇ। ਤੇ ਇਹਨਾਂ ਦੇ ਪਿੱਛੇ ਸਾਈਕੋਲੋਜੀ क्या है गैंगस्टर्स ਦੀ, ਸਰੈਂਡਰ ਕਰਨ ਦੇ, ਸਰੈਂਡਰ ना ਕਰਨ ਦੇ ਪਿੱਛੇ? विक्रांत भाई, इसके पीछे जो साइकोलॉजी है ना, वो होता है इनका सर्कल, इनका जो दबदबा इलाके के अंदर जो बनाया हुआ है, डर ठीक है, डर ਜਿਹੜਾ ਹੈ ਆਪਣਾ ਕਿੰਨੇ ਕਾਇਮ ਕਰਦੇ ਆ ਵੀ ਕਿਤੇ ਮੇਰੀ ਈਗੋ ਹਾਰਟ ਨਾ ਹੋ ਜਾਏ, ਕਿਤੇ ਮੇਰੀ ਬੇਇੱਜ਼ਤੀ ਨਾ ਹੋ ਜਾਏ ਵੀ ਇਹਨੇ ਸਰੈਂਡਰ ਕਰਤਾ, ਇਹ ਡਰ ਗਿਆ। ਉਹਨਾਂ ਦੇ ਇਹ ਦਿਮਾਗ ਦੇ ਵਿੱਚ ਇਦਾਂ ਹੀ ਸਾਈਕੋਲੋਜੀ ਇੱਕ ਫਿੱਟ ਮਤਲਬ ਕਿ ਦਿਮਾਗ ਦੇ ਵਿੱਚ ਘਰ ਕਰ ਜਾਂਦੀ ਹੈ ਤੇ ਜਿਹਦੇ ਕਰਕੇ ਇਹ ਸਰੈਂਡਰ ਵਗੈਰਾ ਕਰਨ ਤੋਂ ਜ਼ਿਆਦਾ ਬੈਟਰ ਮੌਤ ਸਮਝਦੇ ਆ ਵੀ ਮੈਂ ਮਰ ਜਾਵਾਂ। ਜ਼ਿਆਦਾਤਰ ਕੇਸਾਂ ਦੇ ਵਿੱਚ ਇਦਾਂ ਹੀ ਹੋਇਆ ਹੈ ਜੀ, ਇਦਾਂ ਹੀ ਹੋਇਆ। दैट्स वेरी बैड। तो ਇਹਦਾ मतलब कि जो आपकी पुलिस फोर्स है, इन्हों तो आपको तो हमेशा डर लगा रहेगा कि ਅਸੀਂ किसी क्रिमिनल को पकड़ने जा रहे हैं तो वो फायर कर देगा, मार देगा। सो कमेंडेबल, मतलब सलाम है ਤੁਹਾਡੀ मतलब बहादुरी ਨੂੰ कि सबनों पता भी है आपको कि आगे से गोली आ सकती है। जी जी जी, क्योंकि उनकी साइकी ऐसी है कि उन्होंने सरेंडर करना ही नहीं है ना। अच्छा रजत भाई, ये बताओ आप मुझे कि ये जो गैंगस्टर्स बनते हैं, अब जैसे आप हो, आपके फादर साहब पुलिस डिपार्टमेंट में थे, जी। ठीक है, आपने चूज किया मैं देश की सेवा करूं, ठीक है जी। अब एक गैंगस्टर था दाऊद मुंबई के अंदर, जी। उसके फादर भी पुलिस में थे, मेरा ख्याल हेड कांस्टेबल से, हेड कांस्टेबल, है ना। उन्होंने चूज किया क्राइम, वो भी पुलिस डिपार्टमेंट में जा सकते थे। अच्छा, ये एक लॉरेंस बिश्नोई है, इसके फादर साहब भी पुलिस डिपार्टमेंट में थे और अब ये एक क्रिमिनल है। तो क्वेश्चन मेरा आपसे ये है कि ऐसे कौन कौन से फैक्टर्स है जो कि एक आम इंसान को, देखो कोई भी बंदा जब पैदा हुआ माँ की कोख से वो क्रिमिनल नहीं पैदा हुआ, बिल्कुल जी, ठीक है, बिल्कुल, वो बिल्कुल। आपकी तरह मेरी तरह एक आम इंसान है, आम इंसान था। लेकिन क्वेश्चन ये है कि फिर ये गैंगस्टर्स बनते क्यों हैं, ये क्रिमिनल लाइन में क्यों जाते हैं, मतलब क्रिमिनल क्यों बनते हैं, क्राइम क्यों करते हैं, इनकी पीछे के रीजंस बता सकते हैं आप? कौन कौन से रीजंस हो सकते हैं? ਇਹਦੇ ਵਿੱਚ ਸਭ ਤੋਂ ਪਹਿਲਾਂ ਸੁਸਾਇਟੀ ਹੁੰਦੀ ਹੈ ਸਰ। ਰਾਈਟ। ਮੰਨ ਲਓ ਕੋਈ ਕਿਸੇ ਨਵੇਂ ਯੰਗ ਮੁੰਡੇ ਤੋਂ ਕੋਈ ਗਲਤੀ ਹੋ ਜਾਂਦੀ ਆ, ਉਹਨੂੰ ਕਿਸੇ ਕਾਰਨ ਜੇਲ੍ਹ ਚਲ ਗਿਆ, ਠੀਕ ਹੈ, ਉਸ ਨੂੰ ਜੇਲ੍ਹ ਜਾਣਾ ਪੈ ਜਾਂਦਾ, ਠੀਕ ਹੈ, ਜੇਲ੍ਹ ਜਾਣ ਤੋਂ ਬਾਅਦ ਉਹਨੇ ਆਪਣੀ ਕਸਟਡੀ ਤੋਂ ਬਾਅਦ ਉਹ ਬਾਹਰ ਬੇਲ ਤੇ ਆ ਗਿਆ ਤੇ ਬਾਹਰ ਬੇਲ ਤੇ ਆ ਕੇ ਜਿਹੜਾ ਉਹਨੂੰ ਸੋਸਾਇਟੀ ਵੱਲੋਂ ਟੌਰਚਰ ਕੀਤਾ ਜਾਂਦਾ, ਸੋਸਾਇਟੀ ਵੱਲੋਂ ਉਸ ਨੂੰ ਨਿੰਦਿਆ ਜਾਂਦਾ ਵੀ ਨਹੀਂ ਇਹ ਤਾਂ ਚੋਰ ਆ, ਇਹ ਤਾਂ ਇਹ ਚੱਕਾ ਹੈ, ਕ੍ਰਿਮੀਨਲ ਆ, ਇਹ ਇਹਨਾਂ ਨਹੀਂ ਜੋ ਉਹਨਾਂ, ਫਿਰ ਉਹ ਇੱਕ ਉਸ ਬੱਚੇ ਦੇ ਮਨ ਦੇ ਵਿੱਚ ਭਾਵਨਾ ਨੂੰ ਉਹਨੂੰ ਠੇਸ ਪਹੁੰਚਦੀ ਹੈ। ਤਾਂ ਫਿਰ ਕਿ ਵੀ ਮੈਂ ਤਾਂ ਡਿਸਾਈਡ ਕੀਤਾ ਮੈਂ ਚੋਰੀ ਕਰਨੀ ਨਹੀਂ ਉਸ ਤੋਂ ਬਾਅਦ, ਬਟ ਦੁਨੀਆ ਮੈਨੂੰ ਹਜੇ ਵੀ ਚੋਰ ਕਹਿ ਰਹੀ ਹੈ, ਦੁਨੀਆ ਉਸ ਨੂੰ ਰਾਈਟ ਬਣਾਉਂਦੀ ਤੇ ਉਹ ਫਿਰ ਦਨੋਂ ਡਿਸਾਈਡ ਕਰਦਾ ਕਿ ਠੀਕ ਹੈ, ਮੈਨੂੰ ਚੋਰੀ ਜੇ ਮੈਨੂੰ ਚੋਰੀ ਕਹਿ ਦਿੱਤਾ ਮੈਂ ਚੋਰੀ ਕਰ ਹੀ ਲੈਣਾ ਤੇ ਠੀਕ ਹੈ, ਬਿਲਕੁਲ। ਮੈਂ ਤੁਹਾਨੂੰ ਗੱਲ ਦੱਸਦਾ, ਮੇਰੇ ਅੰਮ੍ਰਿਤਸਰ 'ਚ ਮੇਰੇ ਰਿਸ਼ਤੇਦਾਰ ਨੇ, मैं नाम नहीं दसांगा, ठीक है, बुरा मान जाएंगे। तो हुआ क्या कि उसने ना चोरी की थी, ठीक है, और वो फिर 1 महीने की सज़ा काट के वो आया बाहर, ठीक है, फिर अपना नॉर्मल लाइफ जी रहा सीगा। तो उसके बाद उसको देखने के लिए लड़की वाले घर आए कि घर वाले कहते कि भाई इसका शादी करा दो, रिस्पॉन्सिबिलिटी आएगी तो सुधर जाऊगा। लड़की वाले आए शादी के लिए, हाँ हो गई। लड़की वाले जब बाहर आए तो जो आसपास के जो नेबर्स थे, गवांडी, वो कहते कि तुसी कितने ब्याह करा रहे हो, ये तो क्रिमिनल है, चोर है। तो उसका मतलब मेरे कज़न का शादी टूट गई। अच्छा, वो इतना ज़्यादा वो उसको सदमा लगा, तो उसने जो उनसे नेबरर्स थे, गवांडी थे ना, उन्होंने मर्डर ही कर दिता, तो वो फिर पक्का क्रिमिनल बन गया। मतलब सोसाइटी की गल कर रहे हैं कि यू आर राइट कि सोसाइटी ਜਿਹੜੀ ਹੈ ਉਹ ਸਭ ਤੋਂ ਵੱਡਾ ਹੱਥ सोसाइटी ਦਾ ਹੈ ਨਾ। ਵਿਕਰਾਂਤ ਭਾਈ, ਇੱਕ ਹੋਰ ਰੀਜ਼ਨ ਹੈ ਜਿਹਨੂੰ ਮੈਂ ਫੈਮਿਲੀ ਪ੍ਰੈਸ਼ਰ ਕਹਾਂਗਾ। ਫੈਮਿਲੀ ਪ੍ਰੈਸ਼ਰ? ਹਾਂਜੀ। ਕਿਵੇਂ? ਫੈਮਿਲੀ ਪ੍ਰੈਸ਼ਰ ਦੇ ਵਿੱਚ ਇੱਕ ਮੁੰਡਾ ਯੰਗ ਏਜ ਦਾ, ਠੀਕ ਹੈ, ਉਸ ਨੂੰ ਘਰੋਂ ਉਹ ਪੜ੍ਹਾ ਲਿਖਾ ਕੇ ਜਦੋਂ ਉਸ ਤੋਂ ਨੌਕਰੀ ਦੀ ਆਸ ਕੀਤੀ ਜਾਂਦੀ ਆ,
ਤੇ ਨੌਕਰੀਆਂ ਤੁਹਾਨੂੰ ਪਤਾ ਹੀ ਆ ਕੀ ਹਾਲ ਆ, ਹੈ ਹੀ ਨਹੀਂ। ਨਹੀਂ, ਅਨਇੰਪਲੋਇਮੈਂਟ ਬਹੁਤ ਹੈ। ਅਨਇੰਪਲੋਇਮੈਂਟ ਬਹੁਤ ਆ ਤੇ ਉਸ ਨੂੰ ਬੁਰਾ ਭਲਾ ਬੋਲਿਆ ਜਾਂਦਾ, ਹੂੰ, ਉਸ ਨੂੰ ਪੈਸੇ ਜਦੋਂ ਲੈ ਉਹਦੀ ਕੇ ਆ, ਡਿਸਰਿਸਪੈਕਟ ਕੀਤੀ ਪੈਸੇ ਜਾਂਦੀ, ਲੈ ਕੇ ਆ ਘਰ ਚ ਕਦ ਤੱਕ ਵਿਹਲਾ ਘਰ ਬੈਠਾ ਦੇ ਕਹਿੰਦੇ ਰਹੇਗਾ, ਹਾਂ ਬਿਲਕੁਲ ਹਨਾ? ਬਿਲਕੁਲ ਬਿਲਕੁਲ ਰਾਈਟ, ਫਿਰ ਉਹ ਕੀ ਕਰੇਗਾ, ਚੋਰੀਆਂ ਹੀ ਕਰੇਗਾ, ਚੋਰੀ ਰੋਬਰੀ ਕਰੇਗਾ। ਕਰੇਗਾ, ਸਨੈਚਿੰਗ ਕਰੇਗਾ, ਬਿਲਕੁਲ ਮਰਡਰ ਵੀ ਕਰੇਗਾ, ਮਰਡਰ ਵੀ ਕਰ ਸਕਦਾ ਠੀਕ ਆ। ਹੈ, ਫਿਰ right, ਜਿਹੜੀਆਂ ਗੈਂਗ ਆ ਉਹ ਉਹਨੂੰ ਅਡਾਪਟ ਵੀ ਕਰਨਗੀਆਂ ਕਰਨਗੀਆਂ, ਵੀ ਉਹਨੂੰ ਪੈਸੇ ਦੇਣ ਦੀ ਖਾਤਰ। ਰਾਈਟ, ਇਹ ਵੀ ਕਿਤੇ ਨਾ ਕਿਤੇ ਕਾਰਨ ਹੈਗਾ ਹੈ ਕਿ ਕੋਈ ਟੁਕਦਾ ਆ ਜਿਹੜਾ ਮਤਲਬ ਇਹ ਇੱਕ ਤਰ੍ਹਾਂ ਨਾਲ ਫਸਟ ਸਟੈਪ ਹੈ ਕਿਸੇ ਵੀ ਇੱਕ ਆਮ ਇਨਸਾਨ ਦਾ ਜੀ, ਕ੍ਰਿਮੀਨਲ ਬਣਨ ਦੇ criminal ਵਾਸਤੇ, ਬਣਨ। ਹਨਾ? ਬਿਲਕੁਲ ਜੀ, ਬਿਲਕੁਲ ਠੀਕ ਹੈ। ਇਹ ਤਾਂ ਮੈਂ ਫੈਕਟ ਹੈ, ਇਹ ਮੈਂ ਦੇਖਿਆ ਹੈ ਖੁਦ ਕਿ ਬਹੁਤ ਇਨੋਸੈਂਟ ਬੰਦੇ ਸਿਰਫ ਫੈਮਿਲੀ ਪ੍ਰੈਸ਼ਰ ਦੇ ਕਰਕੇ ਕਿ ਪੈਸੇ ਕਮਾਣੇ ਆ, ਠੀਕ ਹੈ, ਬਿਲकुल सर, ਘਰ ਨੂੰ ਸਪੋਰਟ ਕਰਨਾ ਹੈ ਐਂਡ ਉਹ ਫਿਰ ਗਲਤ रास्ता अपना लेंगे, इस से कोई दो राय नहीं है। ठीक है रजत भाई, पर मेरे ख्याल से एक और रीज़न है जिसके करके आज का यूथ जो है वो क्राइम के रास्ते में जा रहा है, वो पता क्या है? ड्रग एडिक्शन। जी मानते हो इस चीज़ को? बिल्कुल बिल्कुल बिल्कुल। देखो मैं आपको बताता हूँ कि एक बंदा है, ठीक है, उसने ड्रग्स शुरू की, 100 रुपये की ड्रग ली थी, ठीक है रजत भाई। फिर अब उसने एक हफ्ता ड्रग ली 100 रुपये की, अब उसकी बॉडी जो है उसको उस 100 रुपये की ड्रग का असर ही नहीं हो रहा। फिर वो क्या करेगा? डोज बढ़ाएगा, मतलब 100 रुपये से 200 रुपये आएगा, ठीक है। फिर एक टाइम आएगा वो 200 रुपये की ड्रग भी उसको असर नहीं कर रही, फिर उसका खर्चा बढ़ेगा, 300 रुपये की ड्रग, फिर 1000 की ड्रग। अब एक टाइम ऐसा आएगा जब घर वालों से पैसा इतना मिलेगा नहीं, अब वो ड्रग लेने के लिए घर ਦੇ ਭਾਂਡੇ ਵੇਚੂਗਾ, वो घर ਦੇ ਭਾਂਡੇ ਵੇਚੇਗਾ। ਮੰਨਦੇ ਹੋ? ਰਿਐਲਿਟੀ ਹਾਂ ਬਿਲਕੁਲ ਠੀਕ ਹੈ। ਮੰਨਦਾ, ਹੁੰਦੀ ਆ ਇਦਾਂ, ਰਿਐਲਿਟੀ ਹੋਈ ਵੀ ਆ, ਹੋਈ ਹੈ, ਹੋਈ ਆ, ਘਰਾਂ ਦੇ ਘਰ ਖਾਲੀ ਵੀ ਹੋਏ ਆ। ਅੱਛਾ, ਬਿਲਕੁਲ ਜੀ ਬਿਲਕੁਲ ਬਿਲਕੁਲ ਏਦਾਂ ਹਨਾ? ਦੇ, ਹਾਂ। ਮੈਂ ਤੁਹਾਨੂੰ ਦੱਸਦਾ, ਜ਼ਿਆਦਾ ਦੂਰ ਨਹੀਂ ਜਾਣਾ। ਇੱਕ ਨੇ ਤਾਂ ਮੈਂ ਤੁਹਾਨੂੰ ਦੱਸਦਾ, ਸਾਡੇ ਮੈਂ ਚਲੋ ਨਾਮ ਨਹੀਂ ਲਾਉਂਗਾ ਮੈਂ, ਇੱਕ ਮੁੰਡਾ ਸੀਗਾ, ਉਹ ਇਦਾਂ ਹੀ ਬੁਰੀ ਸੰਗਤ ਚ ਪੈ ਗਿਆ, ਨਸ਼ੇ ਦਾ ਐਡਿਕਟ ਹੋ ਗਿਆ। ਉਹਦੇ ਫਾਦਰ ਦੀ ਦੁਕਾਨ ਸੀਗੀ, ਸ਼ਾਪ ਸੀਗੀ ਮੇਨ ਹੱਬ, ਠੀਕ ਹੈ, ਹੱਬ ਦੇ ਵਿੱਚ ਸ਼ਹਿਰ ਚ, ਹੁਸ਼ਿਆਰਪੁਰ, ਠੀਕ ਹੈ। ਉਸ ਮੁੰਡੇ ਦੀ ਨਸ਼ੇ ਦੀ ਐਡਿਕਸ਼ਨ ਨੇ ਉਹਨਾਂ ਦਾ ਦੁਕਾਨ, ਉਹਨਾਂ ਦੀ ਗੱਡੀ, ਉਹਨਾਂ ਦੀ ਪ੍ਰਾਪਰਟੀ ਸਾਰਾ ਕੁਝ ਵਿਕਾਤਾ। ਅੱਜ ਦੀ ਉਹਦੀ ਮਾਤਾ ਵੀ ਡੈਥ ਹੋ ਗਈ, ਉਹਦੇ ਬਾਪੂ ਦੀ ਵੀ ਸ਼ਾਇਦ ਡੈਥ ਹੋ ਗਈ, ਆਪ ਦਾ ਉਹਦਾ ਮੁੰਡੇ ਦਾ ਪਤਾ ਹੀ ਨਹੀਂ ਕਿੱਥੇ ਹੈਗਾ ਕਿੱਥੇ ਨਹੀਂ, ਡਰੱਗਸ ਦੇ ਕਰਕੇ, ਡਰੱਗਸ ਦੇ ਕਰਕੇ। ਉਹੀ ਮੈਂ ਕਹਿ ਰਿਹਾ, ਤੁਸੀਂ ਨਾਮ ਲਿਆ, ਮੈਂ ਤਾਂ ਕਰਕੇ ਮੈਨੂੰ ਰੀਸੈਂਟਲੀ ਯਾਦ ਆ ਗਿਆ, ਮੇਰੇ ਦਿਮਾਗ 'ਚ ਫਿਲਮ ਘੁੰਮ ਗਈ। एक और एग्जांपल, मेरा एक दोस्त सीगा, पता मैं नाम नहीं ले रहा, तो वो उसने एक घर किराए पे दिया हुआ था जी, ठीक है। तो वो उस घर में कभी किराया लेने जाता था, कभी वो वहाँ पर साफ सफाई वाइट वॉश कराना, तो उस घर में उसका आना जाना शुरू हो गया। राइट। तो एक दिन वो हर बार क्या देखता था कि जो पीजी पे घर दिया था वहाँ पर लड़के जो थे वो ड्रग्स लिया करते थे जी, तो वो उनको कहता है एक दिन कि यार चलो मैंने भी ट्राई कराओ, राइट। तो उन्होंने उसको ड्रग्स दे दी। फिर वो लड़का थोड़े दिनों के बाद, 4-5 दिनों के बाद फिर से घर में गया, वो कहता है यार ड्रग्स ट्राई करा दो, वो फिर उन्होंने ड्रग्स दे दी जी। फिर उसके बाद महीना ख़त्म हो गया, तो वो किराया लेने गया, वो कहता कि भी किराया दो घर दा, कहता कोई गल नहीं, उन्होंने उन्होंने किराया दिता। फिर वो कहता कि उन ड्रग्स दो, वो कहते हैं कि भाई फ्री में थोड़ा ना देंगे। तो भाई साहब हुआ ये कि जो उसने किराया लिया था उनसे ना, वो ही किराया उसी हाथ से वापस कर दिया कि ये लो किराया, और उस किराए की उसने ले ली ड्रग्स। अब वो 6 दिन तक उसके पास ड्रग्स खूब थी, 6 दिन उसने किया नशा। अब होता क्या है, जब आप ड्रग्स लगातार लेने शुरू कर देते हो, फिर आप उस ड्रग के एडिक्ट बन जाते हो, ठीक है। अब किराया ख़त्म हो गया, घर वालों से पैसे मिल नहीं रहे, तो वो जो मेरा दोस्त था ना, वो आज की डेट में एक बहुत बड़ा चोर बना हुआ है, बहुत बार जेल में जाता है, बाहर आता है, फिर से ड्रग्स के काम में जाता है, तो पैसे नहीं, फिर स्नैचिंग, फिर चोरी चकारी। ड्रग्स ने पंजाब जड़ा है ना ख़राब किया। मैं आपको एक बात बताता हूँ, जो पंजाब है जी, ये दुनिया का फिलाडेल्फिया बना पड़ा है। फिलाडेल्फिया एक जगह है जहाँ पर सबसे ज़्यादा ड्रग्स का व्यापार होता है, सबसे ज़्यादा ड्रग एडिक्ट है। पंजाब का एक विलेज है मकबूलपुर, उसको विलेज ऑफ विडोज बोला जाता है, ज़ॉम्बीज विलेज ऑफ विडोज बोला जाता है, कि उस पिंड के अंदर
हर एक जो परिवार है, कम से कम उस परिवार में से एक आदमी, ठीक है, ड्रग addict है। या फिर वो ड्रग्स लेता है, सर्वे किया गया या ਸੀ। वो सर्वे किया गया, या वो ड्रग्स बेचता है। और हर एक फैमिली में से एक ना एक औरत विडो है, मतलब कि विधवा है। जी। क्यों? ड्रग्स ने मौत ली है, ड्रग्स से करके मर गए। तो क्वेश्चन आपसे मेरा रजत सर ये है कि ड्रग्स तो चलो लोग ले रहे हैं, पर ये मर क्यों रहे हैं? रीज़न क्या है कि आज की डेट में लोग जो मर रहे हैं ड्रग्स लेके, इसके पीछे के रीज़न क्या हो सकते हैं? ਇਹਦੇ ਪਿੱਛੇ ਮੇਨ ਰੀਜ਼ਨ ਤਾਂ ਨਸ਼ੇ ਦੀ ਓਵਰਡੋਜ਼, ठीक है। ਠੀਕ ਹੈ ਜੀ, ਇੱਕ ਸਿੰਥੈਟਿਕ ਡਰੱਗ। सिंथेटिक ड्रग्स आ क्या चीज़ है रजत सर? ਇਹ ਸਰ ਜਿਹੜਾ ਸਿੰਥੈਟਿਕ ਡਰੱਗ ਆ ਇਹ ਅਸੀਂ ਕਵਰ ਕੀਤਾ ਸੀਗਾ। ਇਹਦੇ ਪਿੱਛੇ ਵੀ ਸਟੋਰੀ ਆ, दसो। ਮੋਟਾ ਤੁਹਾਨੂੰ ਦੱਸ ਦਿੰਦਾ ਮੈਂ। ਅੰਮ੍ਰਿਤਸਰ ਦੇ ਕੋਈ ਮੁੰਡੇ ਸੀਗੇ, ਉਹ ਸ਼ਾਇਦ ਆਏ ਹੋਣੇ ਡਰੱਗ ਇੱਥੇ ਕਿਸੇ ਨੂੰ ਸਪਲਾਈ ਕਰਨ ਆਏ ਹੋਣੇ ਆ, ਉਹ ਅਸੀਂ ਕਾਬੂ ਕੀਤੇ। ठीक है। ਕਾਬੂ ਕਰਨ ਤੋਂ ਬਾਅਦ ਚੇਨ ਚੱਲ ਪਈ ਉਹਨਾਂ ਦੀ। चेन मतलब? ਇੱਕ ਤੋਂ ਇੱਕ ਬੰਦਾ ਕਿੱਥੋਂ ਲਿਆਉਂਦਾ, ਕਿੱਥੋਂ ਉਹਨੇ ਅੱਛਾ। ਕਿੱਥੋਂ ਲਿਆਉਂਦਾ, ਉਹਨੇ ਕਿੱਥੋਂ ਲਿਆਉਂਦਾ। ठीक है। ਕੀ ਹੁੰਦਾ ਉਹਦੇ, ਜਦੋਂ ਚੇਨ ਤੁਰ ਪਈ ਤਾਂ ਅਸੀਂ ਪਹੁੰਚਦੇ ਹਾਂ ਦਿੱਲੀ। ठीक है। ਜਦੋਂ ਦਿੱਲੀ ਪਹੁੰਚੇ ਉੱਥੇ 2 ਅਫਗਾਨ ਦੇ ਸੀਗੇ ਮੁੰਡੇ, ਅਫਗਾਨੀ ਇਹ ਲੱਗਦੇ, अफगानिस्तान दे, राइट। ਤੇ 2 ਨਿਗਰੋ ਸੀਗੇ। ठीक ਤੇ है। ਉਹਨਾਂ ਤੋਂ ਅਸੀਂ ਕੈਮੀਕਲ ਬਰਾਮਦ ਕੀਤਾ। केमिकल? ਕੈਮੀਕਲ ਜਿਹਦੇ ਨਾਲ ਉਹ ਚਿੱਟਾ ਬਣਾਉਂਦੇ ਸੀਗੇ। नकली हीरोइन? चिट्टा मतलब हीरोइन? ਨਕਲੀ ਹੈਰੋਇਨ। ठीक है। ਠੀਕ ਆ ਜੀ। हाँ। ਇਹਦੇ ਵਿੱਚ ਵੀ ਸਾਡਾ ਇੱਕ ਬ੍ਰਦਰ ਆ ਹਾਂ। ਇਸ ਆਪਰੇਸ਼ਨ ਦੇ ਵਿੱਚ ਵੀ। क्या नाम है उनका? ਉਹਨਾਂ ਦਾ ਨਾਮ ਸੁਮਿਤ। सुमित। ਹਾਂ, ਠੀਕ ਹੈ। ਉਹਨਾਂ ਦਾ ਹੱਥ ਫੱਟੜ ਹੋ ਗਿਆ ਸੀ। ਉਹ ਕਿਵੇਂ? ਉਹਦੇ ਉੱਤੇ ਗੱਡੀ ਕੋਈ ਚੜਾਉਣ ਲੱਗਾ, ਇਹਨੇ ਮੁੱਕਾ ਮਾਰਿਆ ਸੀਗਾ ਇਦਾਂ ਹੀ। मतलब आज जो ड्रग डीलर्स थे, जो जिनकी आप बात कर रहे हो, अफगानी और ਉਹਨੇ ਮੁੱਕਾ ਮਾਰਿਆ ਸੀਗਾ, ਉਹਦਾ ਇੰਨਾ ਹੱਥ ਜਿਹੜਾ ਹੈ ਸਾਰਾ ਮਤਲਬ ਕਿ ਕੱਟ ਹੋ ਗਿਆ ਪੂਰੀ ਨਾ, ਮਤਲਬ ਕਿ ਜੋ ਨਾੜਾਂ ਹੁੰਦੀਆਂ ਸਾਰਾ ਹੀ ਹੱਡੀ ਦਿਖਣ ਲੱਗ ਪਈ, ਇੰਨਾ ਬੁਰਾ ਹੋਇਆ ਉਹ ਸੀਗਾ। ਕ੍ਰਿਮੀਨਲਸ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ, ਫਿਰ ਫੜਿਆ ਨਹੀਂ ਉਹਨਾਂ ਨੂੰ? ਫੜ ਹੋ ਗਏ ਸੀਗੇ। ਫਿਰ ਕੀ ਕਹਿੰਦੇ? ਫਿਰ ਬਾਅਦ ਚ ਚੱਲੀ ਉਹਨਾਂ ਦੀ ਇੰਟਰੋਗੇਸ਼ਨ ਚੱਲੀ, ਉੱਥੇ ਪੁੱਛਗਿੱਛ ਚੱਲੀ ਉਹਨਾਂ ਦੀ। ਪੁੱਛਿਆ ਵੀ ਕਿੱਦਾਂ ਕਿਵੇਂ ਬਣਾਉਂਦੇ ਆ। ਉਹ ਐਕਚੁਅਲੀ ਮੈਡੀਕਲ ਸਟੂਡੈਂਟ ਸੀਗੇ। ਠੀਕ ਹੈ। मेडिकल स्टूडेंट समझते हैं ना तुम? हाँ, मेडिकल स्टूडेंट सीखे, केमिस्ट्री के स्टूडेंट सीखे। केमिस्ट्री स्टूडेंट। तो अच्छा, तो वो नकली ड्रग्स बनाते हैं, तो वो फिर जे नकली ड्रग कोई बंदा ले, नकली ड्रग ने डेफिनेटली डेथ था। तो फिर तो ये तो बड़ा रिस्की काम है ਜਿਹੜੇ ड्रग्स ले रहे हैं। दैट इज़ द रीज़न ਜਿਹੜੇ ਪੰਜਾਬ ਦੇ ਅੰਦਰ, मैं कहता पंजाब क्यों, ऑल ओवर इंडिया में जो लोगों की डेथ हो रही है अब बिकॉज ऑफ दी सिंथेटिक ड्रग्स। बिल्कुल। ਤੇ ਵਟ ਅਬਾਊਟ ਦੀ ਓਵਰਡੋਜ਼ ਨਾਲ ਕੁਝ ਹੋਇਆ? ਕਦੀ ਦੇਖਿਆ ਕਿਸੇ ਨੇ ਓਵਰਡੋਜ਼ ਨਾਲ ਮਰਿਆ ਕੋਈ? ਓਵਰਡੋਜ਼ ਦਾ ਵੀ ਇੱਕ ਕਿੱਸਾ ਕੋਈ ਜ਼ਿਆਦਾ ਪੁਰਾਣਾ ਨਹੀਂ ਹੈਗਾ, 2-3 ਮਹੀਨੇ ਪੁਰਾਣਾ ਹੀ ਆ। ਵੀ ਕੀ ਹੁਆ? ਸਾਨੂੰ ਪਤਾ ਲੱਗਦਾ ਵੀ ਫਲਾਣੇ ਥਾਂ ਤੇ 2 ਪਿੰਡ ਵਾਸੀਆਂ ਨੇ 2 ਮੁੰਡੇ ਘੇਰੇ ਸੀਗੇ, ਪਿੰਡ ਵਾਲੇ ਨੇ। ਹਾਂ। ਅਸੀਂ ਜਾਂਦੇ ਆ ਜਦੋਂ ਉਹਨਾਂ ਦੀ ਪੁੱਛ ਪੜਤਾਲ ਕੀਤੀ, ਇੱਕ ਉਹ ਮੁੰਡੇ ਨੇ ਕੀ ਕੀਤਾ ਸੀਗਾ, ਜਦੋਂ ਨਸ਼ਾ ਲੈ ਕੇ ਨਾ ਉਹਨੇ ਟੀਕਾ ਲਾ ਚੁੱਕਾ ਸੀਗਾ। ਉਹ ਟੀਕਾ ਲਾ ਚੁੱਕਾ ਸੀਗਾ, ਉਹਦਾ ਬੈਠੇ ਦਾ ਉੱਥੇ ਸਰੀਰ ਨੀਲਾ ਪੈ ਗਿਆ ਉਸ ਮੁੰਡੇ ਦਾ। ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ, ਉਹਦੇ ਵਿੱਚ ਕੀ ਆਇਆ ਸੀ, ਉਹਦਾ ਹੁਣ ਡਰੱਗ ਲਿਆ, ਉਹ ਵੀ ਸਿੰਥੈਟਿਕ ਹੁੰਦੇ, ਸਿੰਥੈਟਿਕ ਹੀ ਆ, ਕਿਹੜੇ ਪਿਓਰ ਹੋਣੇ ਜਾਂ ਕਿੱਦਾਂ ਵੀ ਹੈਗੇ, ਡਰੱਗ ਹੀ ਆ। ਉਹਨੇ ਜਦੋਂ ਟੀਕਾ ਲਾਇਆ, ਉਹਦਾ ਉੱਥੇ ਹੀ ਸਰੀਰ ਨੀਲਾ ਫਿਰ ਗਿਆ, ਸਾਰਾ ਨੀਲਾ ਫਿਰ ਗਿਆ। ਤੇ ਪਲੱਸ ਜਦੋਂ ਪਤਾ ਲੱਗਾ ਹਾਰਟ ਨਾਲ ਉਹਦਾ ਪਾਟ ਗਿਆ ਸੀ। ਹਾਰਟ ਫਟ ਗਿਆ? ਪੋਸਟਮਾਰਟਮ ਓਵਰਡੋਜ਼ ਨਾਲ। ਇਹ ਪਹਿਲਾ ਇਨਸੀਡੈਂਟ, ਮੁੰਡਾ ਯੂਥ ਸੀਗਾ, ਮੇਰੇ ਖਿਆਲ ਨਾਲ 19 ਜਾਂ 20 ਸਾਲ ਦੇ ਵਿੱਚ ਸੀਗੇ, ਜਾਂ ਵੱਧ ਤੋਂ ਵੱਧ 21 ਦਾ ਹੋਊਗਾ। ਠੀਕ ਆ ਜੀ, ਇੰਨੀ ਉਹਦੀ ਏਜ ਸੀਗੀ। ਤੇ ਉਹ ਘਰੋਂ ਕਿੱਦਾਂ ਗਿਆ, ਕੀ ਕਹਿ ਕੇ ਗਿਆ, ਘਰੋਂ ਝੂਠ ਬੋਲ ਕੇ ਗਿਆ ਵੀ ਮੈਂ ਆਉਣਾ ਆ। ਤਾਂ ਉਹ ਦੇਖ ਲਓ ਕਿੱਦਾਂ ਆ। ਸਰ ਦੈਟ ਇਜ਼ ਵੈਰੀ ਬੈਡ। ਮਤਲਬ ਪੰਜਾਬ ਦਾ ਕੀ ਹਾਲ ਹੋ ਰਿਹਾ ਹੈ, ਮੈਨੂੰ ਇਹ ਦੱਸੋ ਸਰ। ਸਭ ਤੋਂ ਪਹਿਲਾਂ ਇਹ ਜਿਹੜੀ ਡਰੱਗਸ ਹੈ, ਜਿਹੜੇ ਇੱਥੇ ਜੋ पंजाब में लोग बेच रहे हैं, है ना, घर में तो उगा नहीं रहे जी, आई एम राइट? तो ये कहीं ना कहीं से तो आ रही है ड्रग्स। बिल्कुल जी, ठीक है ना जी। ये ड्रग्स आती कहाँ से है, ये बताओ। ਇਹਨਾਂ ਡਰੱਗ ਦਾ ਜਿਹੜਾ ਮੇਨ ਹੱਬ ਪਿਛਲੇ ਕੁਝ ਦਰਸ਼ਕ ਤੋਂ ਰਿਹਾ ਆ ਬਾਰਡਰ ਰੇਂਜ, ਸਾਰਾ ਬਾਰਡਰ ਰੇਂਜ ਦੇ ਵਿੱਚ ਉਹਦੇ ਵਿੱਚ ਆ ਜਾਂਦੇ ਆਪਣੇ ਅੰਮ੍ਰਿਤਸਰ,
ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਇੱਦਾਂ ਦੇ ਇਹਨਾਂ ਇਲਾਕਿਆਂ ਦੇ ਵਿੱਚ ਇੱਥੋਂ ਜਿਹੜੇ ਸਪਲਾਈਸ ਆ ਉਹਨਾਂ ਦੀ ਜਿਹੜੀ ਸੂਤਰਾਂ ਦੇ ਮੁਤਾਬਕ ਤਾਂ ਇਹ ਵੀ ਪਤਾ ਲੱਗਾ ਸੀਗਾ ਵੀ ਉਹਨਾਂ ਦੀ ਜਿਹੜੀ ਪਾਕਿਸਤਾਨ ਦੀ ਆਰਮੀ ਵੀ ਉੱਥੋਂ ਦੀ ਨਾਲ ਉਹਨਾਂ ਦੇ ਰਲੀ ਹੋਆ। पाकिस्तान मैं तो क्या 90% सर 90% ऑफ दी ड्रग्स जो पाकिस्तान से इंडिया में आ रही है ना वो पाकिस्तान की मिलिट्री ही भेज रही है रली हुआ। तो रजत भाई ड्रग्स से ही मैं आपको कुछ बताना चाहता हूँ, फिर मैं आपसे पूछूंगा कि अगर आप पाकिस्तान, अफ़गानिस्तान और ईरान के मैप को अगर आप एक जगह पे इकट्ठा करके ड्राइंग बनाओगे ना जी तो एक आधा मून बनेगा, जिसको बोलते हैं क्रिस्टेंट मून, क्रिसेंट मून। ठीक है, हुआ क्या करता था, मैं बता रहा हूँ आपको 1980 से पहले की ड्रग्स जो सप्लाई होती थी वो पहले इंडिया में नहीं आती थी। चिट्टा वगैरह था, हीरोइन वगैरह इंडिया में 2006 के बाद आना शुरू हुआ है। ठीक है, उससे पहले क्या होता था, अफगानिस्तान में स्मैक और अफीम की खूब खेती होती थी। वहाँ से ड्रग्स जाती थी अफगानिस्तान से ईरान में, ईरान से ड्रग्स जाती थी इराक में, और इराक से ड्रग्स जाती थी यूरोप, अमेरिका वगैरह वगैरह बाकी देश। ठीक है, अब हुआ क्या 1979 के अंदर ईरान और इराक के बीच में इस्लामिक वॉर हो गई, और फिर अब ईरान और इराक के बीच में जो रास्ता था ड्रग्स पहुंचाने का यूरोप वाला, वो रास्ता हो गया बंद। फिर अब क्या हुआ 1979 के बाद अब ड्रग्स पहुंचानी है यूरोप में, इंडिया में नहीं पहुंचाते थे पहले। तो अब हुआ क्या, अफगानिस्तान से ड्रग्स जाया करती थी पाकिस्तान, क्योंकि पाकिस्तान के साथ इंडिया का बॉर्डर है। बिल्कुल। अफगानिस्तान से पाकिस्तान जाती थी ड्रग्स, पाकिस्तान से आती थी इंडिया में, स्पेशली इन दी पंजाब। फिर इंडिया से ड्रग्स भेजी जाती थी यूरोप, अमेरिका। लेकिन जब वो ड्रग्स आया करती थी यहाँ पर, ठीक है, धीरे धीरे वो ड्रग्स इंडिया के अंदर भी अब सप्लाई होनी शुरू हो गई। जैसे कि दिल्ली, पंजाब से दिल्ली, दिल्ली से मुंबई, मुंबई से यूरोप। ठीक है, तो ये तो आती पुरानी बात। अब मेरा क्वेश्चन ये है कि आप मुझे ये बताओ कि ये जो ड्रग्स इंडिया में आती है ये आती कैसे है, मतलब ये जो ड्रग डीलर्स हैं क्या करते हैं इंडिया में ड्रग्स पहुंचाने के लिए, इसका आंसर दीजिए। देखो विक्रांत भाजी, ਇਹ ਜਿਹੜਾ ਡਰੱਗ ਦਾ ਜਿਹੜਾ ਸਿਸਟਮ ਆ ਇਹ ਅਫਗਾਨਿਸਤਾਨ ਤੋਂ ਅੱਛਾ ਸ਼ੁਰੂ ਹੁੰਦਾ। ਠੀਕ ਹੈ, ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਜਿਹੜੇ ਦੋ ਇਲਾਕੇ ਆ ਜਿਹੜੇ ਕਿ ਕਰਾਚੀ ਸੂਤਰਾਂ ਦੇ ਅਨੁਸਾਰ ਦੱਸੇ ਵੀ ਗਏ ਆ, ਕਰਾਚੀ ਤੇ ਲਾਹੌਰ ਹੀ ਆ, ਜਿੱਥੇ ਨੋਰਮਲੀ ਕਈ, मैं नहीं कहता, कई वीडियो वगैरह भी ਉਹਦੇ ਵਿੱਚ हाँ मैं भी देखी है, हाँ मतलब अफगानिस्तान से इधर आते हैं, ऑडियंस देख सकती है, ठीक है, देख ਲਊਗੀ। ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੋਵਾਂ ਹੱਬਾਂ ਦੇ ਪਾਕਿਸਤਾਨ ਤੋਂ ਜਿਹੜੇ ਬਾਰਡਰ ਰੇਂਜ ਜਿਹੜੇ ਸ਼ਹਿਰ ਆਪਣੇ ਪੰਜਾਬ ਦੇ ਜਿਹੜੇ ਇਲਾਕੇ ਪੈਂਦੇ ਆ, 5 ਇਲਾਕੇ, ਠੀਕ ਹੈ ਜੀ, ਇੱਕ ਅੰਮ੍ਰਿਤਸਰ ਜੀ, ਇੱਕ ਹੋ ਗਿਆ ਪਠਾਨਕੋਟ ਜੀ, ਗੁਰਦਾਸਪੁਰ ਜੀ, ਫਿਰੋਜ਼ਪੁਰ ਤੇ ਫਾਜ਼ਿਲਕਾ। ਠੀਕ ਹੈ, 5 ਇਲਾਕੇ ਹੋ ਗਏ। ਇਹਨਾਂ ਤੋਂ ਮੇਨ ਜਿਹੜੀ ਸਮਗਲਿੰਗ, ਉੱਥੋਂ ਦੀ ਜਿਹੜੀ ਸਮਗਲਿੰਗ ਆ, ਜਿਹੜੇ ਉਹ ਆਪਣੇ ਪਾਕਿਸਤਾਨ ਦੇ ਜਿਹੜੇ ਉਹ ਡਰਗ ਲਾਰਡਸ ਜਿਹੜੇ ਹੁੰਦੇ ਆ, ਇੰਡੀਅਨ ਡਰਗ ਲਾਰਡਸ ਨਾਲ ਉਹਨਾਂ ਨਾਲ ਸੰਪਰਕ ਕਰਦੇ ਆ। ਠੀਕ ਆ, ਤਾਂ ਫਿਰ ਜਿਹੜੀਆਂ ਇਹਨਾਂ ਦਾ ਜਿਹੜਾ ਸਿਸਟਮ ਆ ਲਿਆਉਣ ਦਾ, ਕਈ ਵਾਰੀ ਆਪਾਂ ਫੜਿਆ ਵੀ ਹੈਗਾ, ਤੇ ਉਹ ਜ਼ਿਆਦਾ ਟਰਨਲ ਹੁੰਦੀਆਂ ਜਾਂ ਪਾਣੀ ਵਿੱਚ ਹੁੰਦਾ, ਤੇ ਜਾਂ ਹੁੰਦਾ ਆ ਡਰੋਨ ਦੇ ਰਸਤੇ, ਜਿਹੜਾ ਕਿ ਇਹ ਕੁਛ ਕੁ ਸਮੇਂ ਤੋਂ ਹੀ ਇਹਨਾਂ ਨੇ ਵਰਤਣਾ ਸ਼ੁਰੂ ਕੀਤਾ, ਡਰੋਨਸ ਤੋਂ। ਤੇ ਡਰੋਨਸ ਵੀ ਛੋਟੇ ਮੋਟੇ ਨਹੀਂ, ਬੜੇ ਵੱਡੇ ਹੁੰਦੇ ਆ। ਅੱਛਾ, ਉਹ ਘੱਟੋ ਘੱਟ ਵੀ 18 ਪੁਆਇੰਟ ਕੁਛ ਕਿਲੋ ਦਾ ਉਹ ਚੀਜ਼ ਚੱਕ ਲੈਂਦੇ ਆ। ਉਹ ਡਰੱਗਸ ਮਤਲਬ 18 ਕਿਲੋ ਇੱਕ ਡਰੋਨ ਤੋਂ ਆ ਜਾਂਦੀ ਹੈ, ਇੱਕ ਡਰੋਨ ਤੋਂ। ਉਹਨਾਂ ਦੀ ਜਿੰਨੀ ਕਪੈਸਿਟੀ ਹੁੰਦੀ ਆ, ਹਾਂ, ਤੇ ਉਨੀ ਉਹ ਅਸੀਂ ਖੁਦ ਦੇਖੀ ਆ ਜਦੋਂ ਉਹਨਾਂ ਦੀਆਂ ਬੈਟਰੀਆਂ ਦੇਖੀਆਂ। ਹਾਂ, ਠੀਕ ਹੈ ਜੀ, ਉਹ ਇੰਨੀ ਵੱਡਾ ਹੁੰਦਾ ਡਰੋਨ, ਉਹ ਚੱਕ ਲੈਂਦਾ ਇੰਨਾ ਵਜ਼ਨ। ਇਹ ਚੀਜ਼ ਤੁਸੀਂ इमेजिन करके देखो 18 किलो कितना वजन होता है। तो रजत भाई, कभी आपने फिर कोई ऐसा आदमी पकड़ा है ड्रोन्स के साथ जो कि स्मगलिंग करवा रहा हो पाकिस्तान से इंडिया में, हुआ कभी ऐसा? जी बिल्कुल। क्या हुआ बताइएगा। जी बात कोई
3-4 साल पुरानी होगी विक्रांत सर। तो एक लड़का था, वो क्या करता था उधर से उनसे टाई अप करके ड्रोन से उधर से वो ड्रग जो चिट्टा वगैरह वो मंगवा लेंदा हुंदा सीगा। उधरों ड्रोन आ गया, ड्रोन उतर गया, समान लाता ਤੇ ਉਹਦੀ ਜਿਹੜੀ ਬੈਟਰੀ ਸੀਗੀ ਉਹਦੀ ਡੈੱਡ ਹੋਈ ਬੈਟਰੀ ਲਾ ਕੇ ਉਹਨੂੰ ਚਾਰਜ ਨਵੀਂ ਬੈਟਰੀ ਲਾ ਕੇ ਵਾਪਸ ਉਧਰ ਭੇਜ ਦਿੰਦਾ ਹੁੰਦਾ ਹੈਗਾ ਪਾਕਿਸਤਾਨ। ਅੱਛਾ। ਤੇ ਇਹ ਇਨਵੈਸਟੀਗੇਸ਼ਨ ਚ ਇੱਕ ਚ ਪਤਾ ਚੱਲਿਆ ਸੀਗਾ ਸਾਨੂੰ ਪਹਿਲੀ ਵਾਰ, ਮੇਨਲੀ ਤਾਂ ਉਹ ਚੀਜ਼ ਪਹਿਲੀ ਵਾਰ ਹੀ ਸੀਗੀ ਵੀ ਇਦਾਂ ਵੀ ਹੁੰਦਾ ਆ। ਰਾਈਟ ਕਿਆ ਜਿਹੜੀ ਚੀਜ਼ ਮੈਂ ਉਦੋਂ ਮਤਲਬ ਉਹਨਾਂ ਕੋਲ ਬੈਟਰੀਜ਼ ਆਲਰੇਡੀ ਹੈ ਤਾਂ ਕਿ ਡਰੋਨ ਬਰਬਾਦ ਨਾ ਹੋਏ, ਡਰੋਨ वापस पाकिस्तान पहुंचे ताकि वो दोबारा से स्मगलिंग करे। हाँ राइट। ठीक है रजत भाई, आपने बता दिया कि ड्रग्स कैसे आती है, ठीक है, कौन भेजता है, ठीक है, ये सब कुछ आपको मालूम है। ठीक है, आपसे मैं एक चीज़ पूछना चाह रहा हूँ, पहले आपको कुछ स्टैट्स बताऊँगा। पंजाब की आबादी 32 करोड़ है, 32 करोड़ में से 10 लाख जो है वो है प्रॉपर ड्रग एडिक्ट पंजाब में। और मैं अभी उन बंदों की नहीं बात कर रहा जो कि ड्रग्स लेते लेकिन ड्रग एडिक्ट नहीं है। अगर उनकी बात करूँ तो 10 लाख से भी ज़्यादा हो सकती है गिनती है। मतलब ये है कि पंजाब में 3% बंदा आज की डेट में ड्रग एडिक्ट है और उन 3% में से भी 2.5% ड्रग एडिक्ट है एक यूथ। ठीक है रजत भाई, मैंने आपसे जो चीज़ पूछनी है ना, एक वो बड़ा गंभीर सवाल है, लेकिन उससे पहले ना मैंने आपको कुछ चीज़ें बतानी है। नंबर 1, पंजाब की आबादी 32 करोड़ है, 32 करोड़ में से 10 लाख बंदा जो है आज की डेट में ड्रग एडिक्ट हुआ पड़ा है। और अभी मैं उन बंदों की गिनती नहीं कर रहा जो कि ड्रग्स लेते हैं लेकिन ड्रग एडिक्ट नहीं है। हो सकता है ये 10 लाख की गिनती 20 लाख भी हो, और ये 10 लाख भी वो है जो कि रिकॉर्ड में है, ना जाने कौन से रिकॉर्ड्स ऐसे हैं जिसके बारे में पता ही नहीं किया जा सका। 2024 के अंदर 7,600 करोड़ रुपए के ड्रग्स का लेन देन हुआ था सिर्फ और सिर्फ पंजाब के अंदर। बीएसएफ ने 8,935 ड्रग स्मगलर्स को गिरफ्तार किया था। लेकिन क्वेश्चन मेरा आपसे ये है कि आप पुलिस डिपार्टमेंट में हो, आप सीआई के अंदर हो, आपको मालूम है कि पाकिस्तान से ड्रग्स भारत में आ रही है, और आपको ये भी पता है किन किन एरिया से ड्रग्स इंडिया में आ रही है, किस तरीके से आ रही है, टनल हो गया, ड्रोन हो गया, तो आप क्या हाथ पे हाथ धर के बैठे हो? क्या पंजाब पुलिस कुछ नहीं कर रही? जो ये ड्रग्स आ रही है, क्या आपका फर्ज नहीं बनता? इतनी इन्फॉर्मेशन आपके पास है तो इस ड्रग्स को पंजाब में आने से रोका जाए। अब कर क्या रही है पंजाब पुलिस? हाथ पे हाथ डाल के बैठी है, ये बताइए मुझे। ਅੱਛਾ ਵਿਕਰਾਂਤ ਭਾਜੀ, ਤੁਸੀਂ ਮੈਨੂੰ ਆਪਣੇ ਪੋਡਕਾਸਟ ਤੇ ਸੱਦਿਆ। ਠੀਕ ਆ ਇੱਥੇ ਵੀ ਮੈਨੂੰ ਤਾਂ ਇਦਾਂ ਹੀ ਲੱਗ ਰਿਹਾ ਜਿੱਦਾਂ ਤੁਸੀਂ ਸਾਡੇ ਡਿਪਾਰਟਮੈਂਟ ਦੇ ਉੱਤੇ ਹੀ ਉਂਗਲੀ ਚੱਕਦੀ ਹੈ। ਬਹੁਤ ਸੌਖੀ ਤੁਸੀਂ ਚੱਕਦੀ। ਤੇ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣਾ ਚਾਹੁੰਦਾ ਸਰ। ਗੱਲ ਤਾਂ ਇਹੀ ਹੋਈ ਆ ਕਿ ਡਰੱਗਸ ਜਿਹੜੇ ਕਿੱਥੋਂ ਆਉਂਦੇ ਆ ਤੇ ਕਿਵੇਂ ਆਉਂਦੇ ਆ। ਠੀਕ ਆ, ਡਰੱਗਸ ਨੂੰ ਅਸੀਂ ਰੋਕਣ ਲਈ ਅਸੀਂ ਕੀ ਕਰ ਰਹੇ ਆ, ਇਹਦੀ ਤਾਂ ਤੁਸੀਂ ਗੱਲ ਸਾਡੇ ਤੋਂ ਪੁੱਛੀ ਨਹੀਂ। ਤਾਂ ਤੁਸੀਂ ਕਿਸ ਹਿਸਾਬ ਨਾਲ ਮੈਨੂੰ ਕਹਿ ਦਿੱਤਾ ਵੀ ਤੁਸੀਂ ਕੀ ਕਰ ਰਹੇ ਹੋ? ਸੁਣੋ, ਉਹ ਵੀ ਤੁਹਾਨੂੰ ਅੱਗੇ ਮੈਂ ਤੁਹਾਨੂੰ ਦੱਸੂਗਾ। ਸਰ ਇੱਕ ਗੱਲ ਤੁਸੀਂ ਦੱਸੋ, ਠੀਕ ਹੈ, ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੇਰੇ ਨਾਲ ਬਹੁਤ ਦੁਨੀਆ ਕਹਿ ਰਹੀ ਹੈ ਕਿ ਤੁਸੀਂ ਕੁਝ ਨਹੀਂ ਕਰ ਰਹੇ। ਜੇ ਤੁਸੀਂ ਕੁਝ ਕਰ ਰਹੇ ਹੋ ਦੱਸੋ ਫਿਰ। ਦੇਖ ਵਿਕਰਾਂਤ, ਸਾਡੀ ਪੰਜਾਬ ਗਵਰਨਮੈਂਟ ਸਭ ਤੋਂ ਫਸਟ ਗਵਰਨਮੈਂਟ ਹੈ ਜਿਹਨੇ ਐਂਟੀ ਡਰੋਨ ਸਿਸਟਮ ਸ਼ੁਰੂ ਕੀਤਾ। ਇਹ ਐਂਟੀ ਡਰੋਨ ਸਿਸਟਮ ਜਿਹੜੇ ਡਰੋਨ ਉੜ ਕੇ ਸਮਗਲਿੰਗ ਕਰਦੇ ਆ, ਉਹ ਚਾਹੇ ਹੈਰੋਇਨ ਦੀ ਹੋਵੇ ਚਾਹੇ ਅਸਲੀ ਦੀ ਹੋਵੇ, ਉਹਨਾਂ ਦੀ ਲੋਕੇਸ਼ਨ ਜਿਹੜੀ ਹੈ ਕੈਪਚਰ ਕਰਕੇ ਉਹਨਾਂ ਨੂੰ ਉੱਥੇ ਲੌਕ ਕਰ ਦਿੰਦੀ ਹੈ, ਜਾਮ ਕਰ ਦਿੰਦੀ ਹੈ, ਉਹਨੂੰ ਜਾਮ ਕਰ ਦਿੰਦੀ ਹੈ, ਉਹ ਉੱਥੇ ਹੀ ਥਾਂ ਹੀ ਸੁੱਟ ਦਿੰਦੀ ਹੈ। ਅਸੀਂ ਹੁਣ ਤੱਕ 236 kg ਜਿਹੜੀ ਹੈ ਹੈਰੋਇਨ ਉਹ ਬਰਾਮਦ ਕੀਤੀ ਹੈ ਡਰੋਨ ਤੋਂ ਜਿਹੜੀ ਸਮਗਲਿੰਗ ਹੋ ਰਹੀ ਸੀ। ਠੀਕ ਹੈ ਜੀ। ਤੇ 8,935 ਡਰੱਗ ਡੀਲਰ ਜਿਹੜੇ ਅਸੀਂ ਹੁਣ ਤੱਕ ਕਾਬੂ ਕੀਤੇ ਆ। ਤੇ ਤੁਸੀਂ ਸਾਨੂੰ ਕਹਿ ਰਹੇ ਆ ਵੀ ਪੰਜਾਬ ਪੁਲਿਸ ਕੁਝ ਕਰ ਨਹੀਂ ਰਹੀ। ਨਹੀਂ ਠੀਕ ਹੈ, ਮੈਨੂੰ ਇਹ ਗੱਲ ਪਤਾ ਨਹੀਂ ਸੀ, ਤੁਸੀਂ ਦੱਸਤੀ ਤੇ ਮੈਂ ਐਗਰੀ ਕਰ ਰਿਹਾ, ਦੈਟ ਇਜ਼ ਵੈਰੀ ਕਮੈਂਡੇਬਲ। ਠੀਕ ਹੈ, ਹੁਣ ਚਲੋ ਇਸ ਰਾਹੀਂ ਮੈਂ ਚਲੋ ਪਬਲਿਕ ਨੂੰ ਵੀ ਇਸ ਬਾਰੇ
ਕਹਿੰਦੇ ਹੈ ਜੋ ਦੁਨੀਆ ਨੇ ਕਹਿਣਾ ਮੈਂ ਰੋਕ ਨਹੀਂ ਸਕਦਾ, ਅੱਗੇ ਵੀ ਕਹਿੰਦੇ ਆ, ਪਰ ਗੌਰਮੈਂਟ ਤੋਂ ਜਿੰਨਾ ਹੋ ਰਿਹਾ ਉਹ ਆਪਣਾ ਕਰ ਰਹੀ ਆ। ਠੀਕ ਆ, ਜੋ ਸਾਡੇ ਹੱਥ ਵੱਸ ਆ, ਜਿੰਨੀ ਅਸੀਂ ਮਿਹਨਤ ਕਰਦੇ, ਸਾਨੂੰ ਇਸ ਚੀਜ਼ ਦਾ ਸਾਨੂੰ ਪਤਾ। ਤੁਸੀਂ ਮੈਨੂੰ ਤੋਂ ਸਵਾਲ ਪੁੱਛਿਆ, ਮੈਨੂੰ ਚੰਗਾ ਲੱਗਾ, ਮੈਂ ਤੁਹਾਡੀ ਇਸ ਚੀਜ਼ ਦਾ ਗੁੱਸਾ ਨਹੀਂ ਕੀਤਾ। ਪਰ ਲੱਗਦਾ ਇੰਜ ਹੀ ਰਿਹਾ ਮੈਨੂੰ ਲੱਗਿਆ ਮੈਨੂੰ ਕੁੱਟਣ ਲੱਗ ਪੈਣਾ, ਤੁਸੀਂ ਕਹਿੰਦੇ ਗੁੱਸਾ ਨਹੀਂ ਕੀਤਾ। ਮੈਨੂੰ ਬਹੁਤ ਚੰਗਾ ਲੱਗਾ ਵੀ ਤੁਸੀਂ ਇਹ ਸਵਾਲ ਕੀਤਾ। ਦੇਖੋ ਮੈਂ ਓਨੈਸਟ ਸਵਾਲ ਪੁੱਛਿਆ ਸੀ ਕਿਉਂਕਿ ਦੁਨੀਆ ਇੰਜ ਕਹਿੰਦੀ ਹੈ ਕਿ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ, ਬਟ ਠੀਕ ਹੈ ਤੁਸੀਂ ਦੱਸਿਆ ਐਂਟੀ ਡਰੋਨ ਸਿਸਟਮ ਹੈ, ਇੰਨੇ ਡਰੱਗਸ ਤੁਸੀਂ ਕੈਪਚਰ ਕੀਤੀ ਹੈ, ਡਰੱਗ ਡੀਲਰਸ ਨੂੰ ਫੜਿਆ, ਦੈਟ ਇਜ਼ ਕਮੈਂਡੇਬਲ। ਨਹੀਂ ਮੈਂ ਨਹੀਂ ਕਹਿ ਰਿਹਾ, ਗੂਗਲ ਕਰ ਲਓ, ਗੂਗਲ ਦੇ ਵਿੱਚ ਸਾਰਾ ਕੁਝ ਅੱਜ ਕੱਲ ਡਿਜੀਟਲ ਇੰਡੀਆ ਇਹ, ਤੇ ਗੂਗਲ ਦੇ ਵਿੱਚ ਸਾਰਾ ਕੁਝ ਉਹਨੇ ਦੱਸ ਦੇਣਾ, ਉਹ ਆਪ ਹੀ। ਨਹੀਂ ਮੈਂ ਹਰ ਸਾਲ ਬਾਅਦ ਸਰਵੇ ਹੁੰਦਾ ਨਾ, 2024 ਦਾ ਬੋਲੂਗਾ, ਕਹਾਂ 2025 ਦਾ ਵੀ ਆਊਗਾ। ਅੱਛਾ ਜੀ, ਹਰ ਸਾਲ ਦਾ ਸਰਵੇ ਹੁੰਦਾ ਹੈ। ਇਸ ਸਾਲ ਤਾਂ ਵੈਸੇ ਹਜੇ ਤੱਕ ਤੁਸੀਂ ਕਿੰਨੇ ਕੁ ਡਰੋਨ ਮਾਰ ਕੇ ਰੱਖ ਚੁੱਕੇ ਹੋ? ਜੀ ਇਸ ਸਾਲ ਤਾਂ ਇਹਦੇ ਬਾਰੇ ਹਜੇ ਤੱਕ ਮੈਂ ਕੁਝ ਕਹਿ ਨਹੀਂ ਸਕਦਾ। ਅੱਛਾ ਪਿਛਲੇ ਸਾਲ ਕਿੰਨੇ ਮਾਰੇ ਸੀਗੇ ਡਰੋਨ, ਗਿਰਾਏ ਸੀਗੇ ਜਿਹੜੇ ਡਰੋਨ? 180 ਡਰੋਨ ਪਿਛਲੇ ਸਾਲ। ਓਕੇ, ਤੇ ਅੱਜ ਦਾ ਇਸ ਸਾਲ ਦਾ ਜੇ ਆਏਗਾ ਡਾਟਾ? ਇਹ ਇਸ ਸਾਲ ਦਾ ਆਉਣਾ। ਚਲੋ ਆਈ ਹੋਪ ਕਿ ਡਾਟਾ ਇਨਕਰੀਜ਼ ਹੋਏ। ਮੈਨੂੰ ਅੱਛਾ ਲੱਗਾ, ਮੈਂ ਇਹ ਨਹੀਂ ਵੀ ਗੁੱਸਾ ਕੀਤਾ, ਪਰ ਠੀਕ ਆ, ਠੀਕ ਹੈ, ਚਲੋ ਠੀਕ ਹੈ, ਆਈ ਰੀਅਲੀ ਐਪਰੀਸ਼ੀਏਟ। ਬਟ ਰਜਤ ਸਰ ਇੱਕ ਕੁਐਸਚਨ ਹੈ ਮੇਰੇ ਕੋਲ, ਉਹ ਪਤਾ ਕਿਆ ਹੈ ਜਿਹੜਾ ਮੈਨੂੰ ਬੜਾ ਦੁੱਖ ਹੈ। ਮਤਲਬ ਹੁਣ ਤੁਸੀਂ ਕਹਿ ਰਹੇ ਹੋ ਤੁਸੀਂ ਮਿਹਨਤ ਕਰਦੇ ਹੋ, ਤੁਸੀਂ 8900 ਡਰੱਗ ਡੀਲਰਸ ਫੜੇ ਨੇ, ਰਾਈਟ, ਬਟ ਪ੍ਰੋਬਲਮ ਇਹ ਹੈ ਕਿ ਇਹ ਡਰੱਗ ਡੀਲਰਸ ਜਦ ਕੋਰਟ 'ਚ ਜਾਂਦੇ ਨੇ, ਇਹਨਾਂ ਨੂੰ ਸਜ਼ਾ ਹੁੰਦੀ ਹੈ, ਰਾਈਟ, ਹਫਤੇ ਬਾਅਦ ਇਹ ਬਾਹਰ ਆਏ ਹੁੰਦੇ ਨੇ ਤੇ ਇਹ ਡਰੱਗਸ ਫਿਰ ਵੇਚਣੇ ਸ਼ੁਰੂ ਕਰ ਦਿੰਦੇ ਨੇ। ਤੇ ਇਹੋ ਜਿਹੇ ਡਰੱਗ ਡੀਲਰਸ ਜਿਹੜੇ ਕਿ ਸਜ਼ਾ ਭੁਗਤਣ ਤੋਂ ਬਾਅਦ ਵੀ ਦੁਬਾਰਾ ਤੋਂ ਡਰੱਗਸ ਵੇਚਦੇ ਨੇ, ਸਾਡੇ ਯੰਗਸਟਰਸ ਦੀ ਨਸਾਂ 'ਚ ਜ਼ਹਿਰ ਵਾੜਦੇ ਨੇ, ਮਾਵਾਂ ਦੀ ਕੋਖ ਉਜਾੜ ਦਿੰਦੇ ਨੇ, ਔਰਤਾਂ ਨੂੰ ਵਿਧਵਾ ਕਰ ਦਿੰਦੇ ਨੇ। ਤੇ ਇਹੋ ਜਿਹੇ ਡਰੱਗ ਡੀਲਰਸ ਤੁਸੀਂ ਛੱਡਦੇ ਹੀ ਕਿਉਂ? ਇਹਨਾਂ ਨੂੰ ਰੱਖੋ ਅੰਦਰ, ਜਾਂ ਕੁਝ ਹੈਗਾ ਤੁਹਾਡੇ ਕੋਲ ਸਿਸਟਮ ਇਹਨਾਂ ਨੂੰ ਲਗਾਮ ਪਾਉਣ ਵਾਸਤੇ? ਜਿਹੜੇ ਸਰ ਜੇਲ੍ਹ ਜਾਣ ਦੇ ਬਾਰ-ਬਾਰ ਆਦੀ ਹੋ ਜਾਂਦੇ ਆ, ਠੀਕ ਆ ਜੀ, ਉਹਨਾਂ ਦਾ ਫਿਰ ਇੱਕ ਐਕਟ ਜਿਹੜਾ ਕਿ 3(1) ਦੇ ਤਹਿਤ PIT NDPS 1988 ਦੇ ਤਹਿਤ ਉਹਨਾਂ ਨੂੰ 1 ਸਾਲ ਦੀ ਜਿਹੜੀ ਆ ਉਹ ਕੈਦ ਹੁੰਦੀ ਆ। ਮਤਲਬ 1 ਸਾਲ ਤੋਂ ਪਹਿਲਾਂ ਉਹ ਬਾਹਰ ਹੀ ਨਹੀਂ ਆ ਸਕਦੇ? 1 ਸਾਲ ਤੋਂ ਪਹਿਲਾਂ ਬਾਹਰ ਨਹੀਂ ਆ ਸਕਦੇ, ਉਸ ਤੋਂ ਅੱਗੇ ਹੋ ਸਕਦੀ ਆ ਐਕਸਟੈਂਡ, ਠੀਕ, ਉਸ ਤੋਂ ਪਹਿਲਾਂ ਨਹੀਂ। ਰਾਈਟ, ਮਤਲਬ ਜਿਵੇਂ ਪਹਿਲਾਂ 7-8 ਦਿਨਾਂ 'ਚ ਮਹੀਨੇ ਬਾਅਦ ਬਾਹਰ ਆ ਜਾਂਦੇ ਸੀ, ਜੀ, ਹੁਣ ਇਸ ਐਕਟ ਦੇ ਥਰੂ 1 ਸਾਲ ਤੱਕ ਉਹ ਪੱਕਾ ਹੀ ਅੰਦਰ ਹੈ। ਉਹ ਪੱਕਾ ਹੀ ਅੰਦਰ। ਜਿਵੇਂ ਕੋਈ ਐਗਜ਼ਾਮਪਲ ਕੋਈ ਜਾਣਦੇ ਹੋ ਕਿਸੇ ਨੂੰ? ਹਾਂ, ਐਗਜ਼ਾਮਪਲ ਜੱਗੂ ਭਗਵਾਨਪੁਰੀ ਆ, ਉਹ ਜਿਹੜਾ ਡਰੱਗ ਗੈਂਗਸਟਰ, ਉਹ ਤਾਂ ਗੈਂਗਸਟਰ ਵੀ ਹੈ, ਤੇ ਡਰੱਗ ਡੀਲਰ ਵੀ ਹੈ, ਜਿਹੜਾ ਡਰੱਗ ਡੀਲਰ ਵੀ ਆ, ਗੈਂਗਸਟਰ ਵੀ ਆ। ਉਹ ਦੇਖ ਲਓ ਇੰਨੇ ਚਿਰਾਂ ਤੋਂ ਅੰਦਰ ਹੀ ਆ। यही एक्ट लगा, यही एक्ट लगा होते। तो रजत भाई मुझे ये बताओ कि ये जो ड्रग डीलर्स हैं, ये ड्रग्स बेचते हैं, फिर ये पैसा कमाते हैं, और ये पैसा करोड़ों में कमाते हैं। अब वो पैसा जो ये कमाते हैं उसका ये फिर से ड्रग्स खरीदते हैं, या फिर हथियार खरीदेंगे, या फिर ये मनी लॉन्ड्रिंग करते हैं, हवाला करते हैं, जिससे कि गवर्नमेंट को बहुत नुकसान होता है, ठीक है, और ये और ड्रग्स खरीद लेते हैं। तो इन जैसे क्रिमिनल्स को जो कि खूब पैसा कमा के बैठे हैं, ठीक है, डैट कुड बी द गैंगस्टर और ड्रग डीलर्स, इनकी जो प्रॉपर्टी या पैसा है इनके ऊपर लगाम लगाने के लिए पंजाब पुलिस ने कभी कुछ किया, या किया तो क्या किया? ਵਿਕਰਾਂਤ ਭਾਈ, ਜਿਹੜੇ ਇਦਾਂ ਦੇ ਡੀਲਰ ਹੁੰਦੇ ਆ ਜਾਂ ਜਿਨ੍ਹਾਂ ਦੀ ਪ੍ਰਾਪਰਟੀਆਂ ਬਣਾਈਆਂ ਹੁੰਦੀਆਂ, ਇਹਨਾਂ ਦੀਆਂ ਅਸੀਂ ਉਹ ਪ੍ਰਾਪਰਟੀਆਂ ਜਿਹੜੀਆਂ ਉਹ ਸੀਜ਼ ਕਰ ਦਿੰਦੇ ਆ। ਜਿਹੜੇ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸਾ ਜਿਹੜਾ ਹੁੰਦਾ ਉਹਨਾਂ ਨੂੰ ਫਰੀਜ਼ ਕੀਤਾ ਜਾਂਦਾ। ਜਿਹੜੇ ਜਿਨ੍ਹਾਂ ਨੇ ਪੈਸੇ ਪਾਏ, ਜਿਨ੍ਹਾਂ ਨੂੰ ਪਾਏ, ਉਹਨਾਂ ਸਾਰਿਆਂ ਦੇ ਅਕਾਊਂਟ, ਠੀਕ ਹੈ, ਉਹਨਾਂ ਫਰੀਜ਼ ਕਰਕੇ, ਹੋ ਸਕੇ ਜੇ ਉਹ ਇੱਥੋਂ ਦਾ ਇੱਧਰਲੀ ਕੰਟਰੀ ਦਾ ਹੋਇਆ, ਫਿਰ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਤਾਂ ਉਹ ਆਪਾਂ ਉਹਨਾਂ ਨੂੰ ਕੈਪਚਰ ਕਰ ਲਈਦਾ, ਉਹਨਾਂ ਨੂੰ ਫੜ ਲਈਦਾ। ਤੇ 2024 ਦੇ ਵਿੱਚ ਜਿਹੜੀ 531 ਪ੍ਰਾਪਰਟੀਆਂ, ਠੀਕ ਹੈ, ਜਿਨ੍ਹਾਂ ਦੀ ਕੀਮਤ 335 ਕਰੋੜ ਆ, ਉਹ ਅਸੀਂ ਫਰੀਜ਼ ਕੀਤੀਆਂ। ਓਕੇ, ਤੇ ਇਹ ਜਿਹੜਾ ਪੈਸਾ ਤੁਸੀਂ ਕਹਿ ਰਹੇ ਹੋ ਸੀਜ਼ ਕੀਤੀ ਪੈਸਾ, ਉਹ ਗਵਰਨਮੈਂਟ ਫਿਰ ਉਸ ਪ੍ਰਾਪਰਟੀ ਨੂੰ ਵੇਚ ਕੇ ਉਸ ਪੈਸੇ ਦਾ ਕੀ ਕਰਦੀ ਹੈ? ਜਿਹੜੀ ਗਵਰਨਮੈਂਟ ਆ ਉਹ ਸੈਂਟਰ ਖੋਲਦੀ ਆ, ਰੀਐਡਿਕਸ਼ਨ ਜਿਹੜੇ ਸੈਂਟਰ ਹੁੰਦੇ ਆ ਉਹ ਖੋਲਦੀ ਆ, ਤੇ ਉੱਥੇ ਮੈਡੀਕਲ ਜਿਹੜੀ ਫੈਸਿਲਿਟੀਜ਼ ਉਹ ਪ੍ਰੋਵਾਈਡ ਕਰਦੀ ਆ। ਡਰਗ ਐਡਿਕਸ਼ਨ, ਹਾਂ। ओके, तो मैंने दोस्तों रजत सर कि जो ये ड्रग एडिक्ट है,
राइट, इनको क्या आप मतलब जैसे आपने कोई किसी को आपने गिरफ्तार किया, कोई बंदा ड्रग्स ले रहा था, तो फर्स्ट ऑफ ऑल ये क्वेश्चन है आपके लिए कि क्या आप जो बंदा ड्रग ले रहा है उसको आप अंदर कर देते हो या फिर उसको आप हेल्प करते हो ड्रग्स छुड़ाने के लिए? मतलब आपकी जो पंजाब पुलिस है वो क्या करती है ऐसे लोगों की जो कि ड्रग्स बेच नहीं रहे लेकिन ड्रग्स ले रहे हैं, उनके लिए क्या किया जाता है? ਵਿਕਰਾਂਤ ਸਰ ਫਸਟ ਆਫ ਆਲ ਇਹ ਆ ਜਿਹੜੇ ਨਵਾਂ ਯੂਥ ਆ ਫਰੈਸ਼ ਮੁੰਡਾ ਇਸ ਨਸ਼ੇ ਦੀ ਦਲਦਲ ਦੇ ਵਿੱਚ ਜਿਹੜਾ ਫਸ ਚੁੱਕਿਆ, ਪਹਿਲਾਂ ਤਾਂ ਉਹ ਕੋਈ ਕ੍ਰਿਮੀਨਲ ਨਹੀਂ ਹੈਗਾ, ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਿਆ ਆ, ਉਹਦਾ ਕਸੂਰ ਨਹੀਂ ਹੈ, ਉਹਦਾ ਕਸੂਰ ਨਹੀਂ ਹੈਗਾ। ਠੀਕ ਹੈ। ਤੇ ਸਾਡੀ ਇਹ ਸਭ ਤੋਂ ਪਹਿਲਾਂ ਹੁੰਦਾ ਆ ਵੀ ਉਹਨਾਂ ਦੇ ਮਾਂ-ਬਾਪ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਸੱਦਣਾ, ਉਹਨਾਂ ਨੂੰ ਦੱਸਣਾ ਵੀ ਤੁਹਾਡਾ ਬੇਟਾ ਇਸ ਸੋਸਾਇਟੀ ਦੇ ਵਿੱਚ ਜਾਂ ਇਸ ਦਲਦਲ ਦੇ ਵਿੱਚ ਫਸ ਗਿਆ ਹੈ, ਠੀਕ ਹੈ ਜੀ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਆਪਾਂ ਹਦਾਇਤਾਂ ਦਿੰਦੇ ਆ ਵੀ ਇਸ ਮੁੰਡੇ ਵੱਲ ਧਿਆਨ ਰੱਖੋ 2-3 ਮਹੀਨੇ, ਉਹਨੂੰ ਦੇਖੋ, ਉਹਦੀ ਐਕਟੀਵਿਟੀ ਨੂੰ ਵਾਚ ਕਰੋ, ਬਾਹਰ ਨਾ ਜਾਣ ਦਿਓ, ਬਾਹਰ ਨਾ ਜਾਣ ਦਿਓ, ਐਕਟੀਵਿਟੀ ਵੱਲ ਵਾਚ ਕਰੋ ਵੀ ਕੀ ਕਰਦਾ। ਜਿਹੜੇ ਫਿਰ ਵੀ ਨਹੀਂ ਹਟੇ ਉਹਨਾਂ ਨੂੰ ਫਿਰ OOAT ਸੈਂਟਰ ਦੇ ਵਿੱਚ ਭੇਜਿਆ ਜਾਂਦਾ, ਉਹਨਾਂ ਨੂੰ ਉੱਥੇ ਉਹਨਾਂ ਦੀ ਕਾਉਂਸਲਿੰਗ ਕਰਵਾਈ ਜਾਂਦੀ ਆ, ਉਹਨਾਂ ਨੂੰ ਉੱਥੇ ਸਕਿੱਲ ਸਿਖਾਏ ਜਾਂਦੇ ਆ, ਉਹਨੂੰ ਜਿਹੜਾ ਉਹਨਾਂ ਦੀ ਮੈਂਟਲੀ ਹੈਲਥ ਆ ਉਹ ਸਹੀ ਕੀਤੀ ਜਾਂਦੀ ਆ ਤਾਂ ਕਿ ਉਹ ਮੁੜ ਆ ਕੇ ਵਾਪਸ ਆ ਕੇ ਕੋਈ ਜੌਬ ਵਗੈਰਾ ਕਰ ਸਕਣ। ਠੀਕ ਹੈ, सोसाइटी च इंटीग्रेट हो सकन, मतलब इन्होंने स्किल्स सिखाते हो, दैट इज़ वेरी नाइस, दैट इज़ वेरी नाइस। अच्छा रजत भाई, ऐसा है कि पॉडकास्ट थोड़ा सा मैं ख़त्म करने लगा था लेकिन इसका पार्ट 2 फिर से बनाएंगे हम, लेकिन मुझे पॉडकास्ट ख़त्म करने से पहले आपसे है ना, अभी थोड़े दिन पहले एक होशियारपुर में एक प्रवासी ने एक 4-5 साल के यंग बच्चे के साथ कुकर्म करके उसकी हत्या की है। वो वाला जो केस है आपने बताया आपके अंडर था, वो वाला केस प्लीज़ बताओ ज़रा कि ये प्रवासी पंजाब में आके क्या कर रहे हैं, और हॉरिफिक, इतना हॉरिफिक मर्डर मैंने कभी सुना नहीं है, वो बताओ आप क्या हुआ था? विक्रांत सर वो तो सच में दिल दहला देने वाली ना वो घटना सी, वो मतलब कि ਇੱਕ ਸਾਈਕੋਲੋਜੀ ਕੋਈ ਬਿਮਾਰੀ ਵੀ ਹੁੰਦੀ ਆ, ਮੈਨੂੰ ਯਾਦ ਨਹੀਂ ਆ ਰਿਹਾ, ਸਾਈਕਿਕ ਮਰਡਰਰ ਸੀਗਾ ਉਹ। ਹਾਂ, ਤੇ ਸਾਈਕੋ ਕਿਲਰ ਜਿਹਨੂੰ ਕਹਿੰਦੇ, ਸਾਈਕੋ ਕਿਲਰ, ਉਹਨੂੰ ਦੇਖ ਕੇ ਤਾਂ ਮੈਂ 3 ਦਿਨ ਰੋਟੀ ਵੀ ਨਹੀਂ ਖਾਧੀ। ਉਹ ਮੈਂ ਤੁਹਾਨੂੰ ਪੂਰਾ ਬਿਆਨ ਕਰਦਾ ਕੀ ਹੋਇਆ ਸੀ ਉਹਦੇ ਵਿੱਚ। ਇਹ ਹੋਇਆ ਸੀਗਾ ਵੀ ਰਾਤ ਨੂੰ ਸਾਨੂੰ ਸ਼ਾਮ ਨੂੰ 4:30 ਵਜੇ ਸਾਨੂੰ ਖਬਰ ਮਿਲਦੀ ਆ ਵੀ ਇੱਕ ਮੁੰਡੇ ਦੀ ਕਿਡਨੈਪਿੰਗ ਹੋਈ ਆ। ਮੁੰਡੇ ਦੀ ਉਮਰ ਕੋਈ ਹੋਊਗੀ 4 ਸਾਲ ਦੀ। ਤੇ ਉਸ ਤੋਂ ਬਾਅਦ ਜਦੋਂ ਆਪਾਂ ਗਏ, ਸਾਡੀਆਂ ਟੀਮਾਂ ਗਈਆਂ, ਉੱਥੇ ਪਹੁੰਚੀਆਂ, ਤੇ ਉਹਨੂੰ ਤਾਂ ਉੱਥੇ ਰਾਤ 9 ਵਜੇ 9 ਤੋਂ 10 ਵਜੇ ਦੇ ਵਿੱਚ ਉਹਨੂੰ ਰਾਉਂਡ ਅਪ ਕਰ ਲਿਆ। ਸਾਡੀਆਂ ਜਦੋਂ ਟੀਮਾਂ ਇੱਥੋਂ ਚੱਲ ਗਈਆਂ ਤੇ ਉਹ ਰਾਉਂਡ ਅਪ ਉਹਨਾਂ ਨੇ ਗੋਦਾਮ ਦੇ ਵਿੱਚੋਂ ਕੀਤਾ, ਦਾਣਾ ਮੰਡੀ ਗੋਦਾਮ। ਕਿਹਨੂੰ ਰਾਉਂਡ ਅਪ ਕੀਤਾ? ਇੱਕ ਪ੍ਰਵਾਸੀ ਨੂੰ, ਭਈਏ ਨੂੰ। ਠੀਕ ਹੈ, ਪ੍ਰਵਾਸੀ ਨੂੰ ਉਹਨੂੰ ਰਾਉਂਡ ਅਪ ਕੀਤਾ ਜੀ। ਤੇ ਉਸ ਤੋਂ ਬਾਅਦ ਫਿਰ ਉੱਥੇ ਹੀ ਪੁੱਛ ਪੜਤਾਲ ਸ਼ੁਰੂ ਕਰਤੀ। ਐਕਚੁਅਲ ਦੇ ਵਿੱਚ ਵਿਕਰਾਂਤ ਭਾਈ ਉਹ ਬੋਲਣ ਕੁਛ ਨਹੀਂ ਦਿਆ ਸੀਗਾ, ਇੱਕ ਵੀ ਉਹਨੇ ਵਰਡ ਨਹੀਂ ਬੋਲਿਆ। ਬਹੁਤ ਪੁੱਛਿਆ ਮੁੰਡਾ ਕਿੱਥੇ ਆ, ਸਾਨੂੰ ਮੁੰਡਾ ਚਾਹੀਦਾ, ਮੁੰਡਾ। ਤੇ ਰਾਤ ਦੇ 2:30 ਵਜੇ ਅਸੀਂ ਆਪਣੇ ਆਫਿਸ ਲਿਆਉਂਦਾ ਉਹਨੂੰ, ਉੱਥੇ ਇੰਟੈਰੋਗੇਸ਼ਨ ਚੱਲੀ। ਸਾਨੂੰ ਤੁਸੀਂ ਯਕੀਨ ਮੰਨੋਗੇ, ਸਾਨੂੰ ਸਵੇਰ ਦੇ 6:30 ਵੱਜ ਗਏ, ਨੀਂਦ, ਆਪਾਂ ਸੁੱਤੇ ਵੀ ਨਹੀਂ, ਸਾਨੂੰ ਨੀਂਦ ਨਾ ਆਵੇ। 1 ਘੰਟਾ ਫਿਰ ਬ੍ਰੇਕ ਲਈ, ਫਿਰ 8:30 ਵਜੇ ਸਾਡੇ ਸੀਨੀਅਰ ਆਫੀਸਰਸ ਆਏ ਜਾਂ ਉਹਨਾਂ ਨੇ ਪੁੱਛ ਪੜਤਾਲ ਕੀਤੀ। ਤੇ ਪੁੱਛਦੇ ਪਛਾਉਂਦੇ ਫਿਰ ਉਹ ਕਹਿੰਦਾ, ਉਸਨੇ ਸਾਨੂੰ ਦੱਸਿਆ ਵੀ ਮੈਂ ਬੱਚਾ ਜਿਹੜਾ ਉਹ ਦਾਣਾ ਮੰਡੀ ਦੇ ਇੱਧਰਲੀ ਸਾਈਡ ਛੱਡਿਆ ਸੀਗਾ ਕਿਸੇ ਢਾਬੇ ਦੇ ਮੂਹਰੇ। ਫਿਰ ਅਸੀਂ ਉੱਥੇ ਲੈ ਕੇ ਗਏ, ਫਿਰ ਉਹ ਮਤਲਬ ਕਿ ਤੁਸੀਂ ਉਹ ਕੀ ਉਹਦੇ ਮਾਈਂਡ ਦੇ ਵਿੱਚ ਕੀ ਚੀਜ਼ਾਂ ਚੱਲਣ ਦੀਆਂ ਸੀ, ਮਤਲਬ ਕਿ ਉਹ ਕੋਈ ਬੰਦਾ ਕਹਿ ਨਹੀਂ ਸਕਦਾ। ਉਹ ਐਡਾ ਮਤਲਬ ਕਿ ਢੀਠ ਤੇ ਮਤਲਬ ਕਿ ਕਿਹੋ ਜਿਹਾ ਬੰਦਾ ਸੀਗਾ। ਬਾਅਦ ਵਿੱਚ ਕੀ ਹੋਇਆ, ਜਦੋਂ ਉਹਨੂੰ ਲੈ ਆਉਂਦਾ, ਅਸੀਂ ਫੁਟੇਜ ਕਢਾਈਆਂ
ਕੈਮਰੇਜ਼ ਵਗੈਰਾ ਲੱਗੇ ਸੀਗੇ, ਫੁਟੇਜ ਸਾਰੇ ਮਤਲਬ ਕਿ ਕਢਾਈਆਂ। ਲਾਸਟ ਉਹਦੀ ਜਿਹੜੀ ਲੋਕੇਸ਼ਨ ਆਈ, ਉਹ ਬੱਚਾ ਚੁੱਕ ਕੇ ਕੈਰੀ ਕਰਕੇ ਉਹ ਸ਼ਮਸ਼ਾਨ ਘਾਟ ਦੇ ਬਾਹਰ ਤੁਰਿਆ ਜਾਂਦੇ ਆ। ਠੀਕ ਹੈ। ਸ਼ਮਸ਼ਾਨ ਘਾਟ ਦੇ ਬਾਹਰ ਤੁਰਿਆ ਜਾਂਦੇ ਆ। ਉਸ ਤੋਂ ਬਾਅਦ ਅਸੀਂ ਜਦੋਂ ਸਾਡੀਆਂ ਟੀਮਾਂ ਸ਼ਮਸ਼ਾਨ ਘਾਟ ਚਲੀ ਗਈ। ਠੀਕ ਹੈ। 3-4 ਹੋਰ ਆਪਣੇ ਪੁਲਿਸ ਆਫੀਸਰ ਸਾਰੇ ਆ ਗਏ। ਜਦੋਂ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਗਏ ਆ ਤੇ ਉੱਥੋਂ ਮੁੰਡੇ ਦੀ ਪੁੱਠੀ ਇੱਕ ਲਿਬੜੀ ਤੇ ਬੜੀ ਖੂਨ ਨਾਲ ਹੱਥ-ਵੱਥ ਲਾਸ਼ ਪਈ ਸੀ ਉਸ ਬੱਚੇ ਦੀ। ਕਿੰਨੇ ਕੁ ਸਾਲ ਦਾ ਸੀ ਬੱਚਾ 4-5 ਸਾਲ ਦਾ ਹੋ। ਤੇ ਕੀ ਹਾਲਾਤ ਸੀਗੇ ਉਸ ਡੈਡ ਬੋਡੀ ਦੇ? ਉਹ ਡੈਡ ਬੋਡੀ ਦੇ ਮੇਰੇ ਤੋਂ ਬਿਆਨ ਨਹੀਂ ਹੋਣਾ, मैं नहीं दस सकता। मैं दस देना ऑडियंस नू। वो डेड बॉडी पे ऐसा था कि उस प्रवासी ने पहले उस बच्चे का किया रेप, फिर उसकी निक्कर उतारी, उसी निक्कर से उसका गला दबा दिया, फिर एक उसने रॉड लेके उसके जो पीछे बटक्स है पिछों ਉਹਨੂੰ रॉड पा के बाहर ਕੱਢਤੀ, खूनों खून। उस बच्चे का कोई कसूर ही नहीं ਸੀਗਾ। रजत भाजी नहीं दस पा रहे बिकॉज ਮੈਨੂੰ ਪਤਾ ਹੈ ਕਿ ਪਹਿਲਾਂ ਵੀ ਮੇਰੇ ਨਾਲ ਜਦ ਇਹਨਾਂ ਗੱਲ ਹੋਈ ਸੀ ਰੋਣ ਲੱਗ ਪਈ ਸੀ। ਉਹ ਇੰਨਾ ਹੌਰੀਫਿਕ ਸੀਗਾ ਮਤਲਬ ਸੀਨ। ਫਿਰ ਉਸ ਤੋਂ ਬਾਅਦ ਕੀਤਾ ਕਿ ਰਜਤ ਭਾਜੀ ਫਿਰ ਉਹਦੇ ਨਾਲ ਉਸ ਪ੍ਰਵਾਸੀ ਨਾਲ ਦਿਲ ਤਾਂ ਕਰਦਾ ਸੀਗਾ ਵੀ ਉੱਥੇ ਹੀ ਉਸੇ ਵੇਲੇ ਉੱਥੇ ਹੀ ਹਾਂ ਜਿਹੜੀ ਕਾਰਵਾਈ ਹੁੰਦੀ ਹੋ ਜਾਵੇ। ਇੱਕ ਵਾਰੀ ਮਨ ਦੇ ਵਿੱਚ ਆ ਗਿਆ ਸੀਗਾ ਕਿ ਮਾਰ ਦਵਾਂ। ਪਰ ਉਹ ਸੀਨੀਅਰ ਸਾਡੇ ਖੁਦ ਦੇ ਜਿਹੜੇ ਆਫੀਸਰਸ ਵਗੈਰਾ ਸੀਗੇ ਉਹ ਰੋਣ ਲੱਗ ਪਏ। ਆਫੀਸਰਸ ਜਿੰਨੇ ਵੀ ਐਸਪੀ ਵਗੈਰਾ ਉਹ ਵੀ ਹਾਂ, ਉਹ ਉਹਨਾਂ ਨੇ ਅੱਖਾਂ 'ਚੋਂ ਹੰਝੂ ਆ ਗਏ। ਬੱਚਾ ਪਿਆਰਾ ਹੀ ਬਹੁਤ ਸੀ, ਉਹ ਪਿਆਰਾ ਬੱਚਾ ਸੀ। ਪਰ ਫਿਰ ਵੀ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਕਹਿੰਦੇ ਸਾਨੂੰ ਸਮਝਾਇਆ ਜਾਂਦਾ, ਪੜ੍ਹਾਇਆ ਜਾਂਦਾ ਵੀ ਆਪਣੇ ਆਪੇ ਤੋਂ ਬਾਹਰ ਨਹੀਂ ਹੋਣਾ। ਫਿਰ ਵੀ ਸਾਡੀ ਕੋਰਟ ਦੇ ਵੱਲੋਂ ਇਹੀ ਮੰਗ ਕਰਦੇ ਆ ਵੀ ਉਹਨੂੰ ਜੇ ਹੋ ਸਕਦਾ ਤੇ ਫਾਂਸੀ ਹੋ ਜਾਵੇ। ਬਹੁਤ ਤੇ ਉਹ ਮਤਲਬ ਹੁਣ ਕੇਸ ਚੱਲ ਰਿਹਾ ਉਹਦੇ ਉੱਤੇ? ਉਹਦਾ ਕੇਸ ਚੱਲ ਰਿਹਾ ਤੇ ਫਾਂਸੀ ਹੋ ਜਾਏ। ਉਹਦੀ ਪ੍ਰੀਵੀਅਸ 8 ਤਰੀਕ ਸੀਗੀ, ਮੇ ਵੀ ਸਤੰਬਰ ਮਹੀਨੇ ਦੀ, ਸਤੰਬਰ ਦੀ ਸੀਗੀ। ठीक है। सितंबर में भी अक्टूबर। तो रजत भाई ऐसा है कि पॉडकास्ट जो है बंद करने का दिल नहीं कर रहा। अभी तो आपने मेरे को गैंगस्टर्स की जो आपकी मुखभेड़ हुई है, इनकाउंटर्स हुए हैं, वो सारियां स्टोरियां दसनियां सी, लेकिन आज टाइम की थोड़ी शॉर्टेज हो रही है जी से रजत भाई हम ऐसे करेंगे कि इस पॉडकास्ट का एपिसोड नंबर 2 भी हम एक तैयार करेंगे। ठीक है? हाँ, अगर ऑडियंस चाहेगी तो जरूर करूंगा मैं। अरे ऑडियंस क्यों नहीं चाहेगी। और सबसे पहले बात बड़ी ये है ना रजत भाई की आपका नाम जो पंजाब पुलिस में चल रहा है वो जो है आप एक इंस्पायरेशन हो लोगों के लिए। ये मुझे पता है आप नहीं बोलोगे पर मैंने खुद देखा है। ठीक है? आपकी ब्रेवरी की बातें चलती है तो प्लस आप एक फिटनेस मॉडल भी हो, आप लोगों को इंस्पायर करते हो फिट रहने के लिए। ताकि बॉडी देख के पता चलता ही है। तो रजत भाई थोड़ा टाइम की दिक्कत है जिसके करके मुझे पॉडकास्ट अभी बंद करने जा रहा हूँ। लेकिन ये पॉडकास्ट तभी बंद होगा जब नंबर 1 आप प्रॉमिस करके जाएंगे कि आप अपना एक्सपीरियंस जो कि आपका क्रिमिनल्स के साथ डील करते हुआ जो आपके एक्सपीरियंस थे लॉरेंस बिश्नोई को जब आप पहली बार मिले थे, आपके व्यू पॉइंट्स और आप कैसे यूथ को फिटनेस की तरफ जो आप मोटिवेट करते हैं वो सारी चीज़ें आप बताएंगे। तभी मैं इस पॉडकास्ट को अभी बंद करूँगा। लेकिन उससे भी पहले मैं आपका और पंजाब पुलिस का थैंक यू करना चाहता हूँ बिकॉज ये पंजाब पुलिस ही है जिसके दम पर इस टाइम आप और मैं बैठ कर के पॉडकास्ट कर रहे हैं। हम अपने आप को इतना सेफ फील कर रहे हैं और मैं उम्मीद करूँगा पंजाब गवर्नमेंट जो काम अभी तक करती आ रही है, जो पंजाब गवर्नमेंट का टारगेट था कि क्राइम को ख़त्म करना है, ड्रग्स को ख़त्म करना है, उस टारगेट को पंजाब गवर्नमेंट बहुत ही ज़्यादा जल्दी अचीव कर ले। तो रजत भाई थैंक्स अ लॉट वंस अगेन ब्रदर, आई लव यू। दोबारा फिर बहुत जल्दी हाजिर होंगे। विक्रांत भाई आपने हमें मौका दिया, इस लायक समझा, मैं आपका आभारी हूँ। नहीं हम आपके आभारी है, हमारी प्रोडक्शन टीम आपकी आभारी है, हमारे डायरेक्टर साहब करण भाई आपके आभारी है, इतनी अपने बढ़िया हमारे साथ पॉडकास्ट किया। थैंक्स अ लॉट। थैंक्स अ लॉट सर।